श्री गुरु रामदास गुण गावो। श्री अर्जन बिघ्नन के नासक बिघ्नन के नासक। श्री हर गोबिंद शोभ सुमत प्रकाशक। श्री हर राज नमो कर जोरी नमो कर जोरी। गुरु हर कृष्ण मनाए बहोरी। गुरु तेग बहादुर परम किरपाला। वाहिगुरु परम किरपाला। श्री गुरु गोबिंद सिंह विशाला। जिसमें है अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। एकंकारा सतगुरु तेह प्रसाद सच होए। वाहिगुरु जी की फतेह विघ्न विनाशन सोए। सतनाम श्री वाहिगुरु साहिब जी दोहरा। विदा होए सतगुरु ते हरखत ले सिरो पाए। भीम चंद गिर इंद ढिग गा वजीर उतलाए। विदा होए सतगुरु ते हरखत ले सिर पाए। गरीब नवाज सच्चे पातशाह दीन दुनिया दे मालक चवर छतर तखत दे मालिक समरथ गुरु परतख गुरु। हाजरा हजूर गुरु दासां गरीबां सिखां सेवकां अपनियां प्यारिਆਂ ਦੀ ਇੱਜ਼ਤ ਪਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੁਭਾਏਮਾਨ ਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਸੱਜ ਕੇ ਗੁਰਬਾਣੀ ਜੀ ਦਾ ਕੀਰਤਨ ਸਰਵਣ ਕਰ ਰਹੇ ਸੀਗੇ। ਆਓ ਸਾਰੀਆਂ ਸੰਗਤਾਂ ਸਤਿਗੁਰੂ ਜੀ ਦੇ ਪ੍ਰੇਮ ਵਿੱਚ ਆਓ, ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਸੱਜੇ ਹਨ। ਰਾਜੇ ਭੀਮ ਚੰਦ ਨੇ ਆਪਣਾ ਵਜ਼ੀਰ ਸਤਿਗੁਰੂ ਜੀ ਦੇ ਕੋਲ ਭੇਜਿਆ ਹੈ। ਵਜ਼ੀਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਇਆ, ਨਮਸਕਾਰ ਕੀਤੀ ਹੈ। ਵਜ਼ੀਰ ਨੇ ਬੜੇ ਮਿੱਠੇ ਬੋਲ ਸਤਿਗੁਰੂ ਜੀ ਨੂੰ ਬੋਲੇ ਹਨ ਕਿ ਸੱਚੇ ਪਾਤਸ਼ਾਹ, ਰਾਜਾ ਆਪ ਜੀ ਦੀ ਬੜੀ ਪ੍ਰਸ਼ੰਸਾ ਕਰਦਾ ਹੈ। ਰਾਜਾ ਬੜੀ ਨੇਕ ਨੀਤੀ ਦਾ ਹੈ, ਸਭ ਪਹਾੜੀਆਂ ਦਾ ਉਹ ਮੁਖੀ ਹੈ ਤੇ ਰਾਜਾ ਆਪ ਜੀ ਦੀ ਮਹਿਮਾ ਸੁਣ ਕੇ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਦੋਵੇਂ ਗੱਲਾਂ ਸੀਗੀਆਂ ਜੀ। ਰਾਜਨੀਤੀ ਵੀ ਮਨ ਵਿੱਚ ਹੈਗੀ ਸੀ ਇਹਨਾਂ ਦੇ ਜੀ। ਐਸੀ ਗੱਲ ਨਹੀਂ ਸੀ ਵੀ ਰਾਜਨੀਤੀ ਨਹੀਂ ਸੀ ਹੈਗੀ ਮਨ 'ਚ। ਰਾਜਨੀਤੀ ਵੀ ਮਨ ਵਿੱਚ ਹੈਗੀ ਸੀਗੀ
ਤੇ ਕੁਝ ਸ਼ਰਧਾ ਵੀ ਹੈਗੀ ਸੀਗੀ ਜੀ, ਕੁਝ ਸ਼ਰਧਾ ਵੀ ਸੀ। ਜਦੋਂ ਇਸ ਤਰੀਕੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੁਸਕਰਾ ਪਏ ਜੀ। ਮੁਸਕਰਾ ਕੇ ਪੁੱਛਦੇ ਆ ਵੀ ਦੱਸ ਵੀ ਫਿਰ ਤੇਰਾ ਰਾਜਾ ਕਿਹੜਾ ਅਭਿਆਸ ਜ਼ਿਆਦਾ ਕਰਦਾ, ਕਿਹੜਾ ਸ਼ਸਤਰ ਜ਼ਿਆਦਾ ਚਲਾਉਂਦਾ। ਤੇ ਵਜ਼ੀਰ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਭੀਮ ਚੰਦ ਵੀ ਬੜਾ ਵੱਡਾ ਯੋਧਾ ਹੈ ਮਹਾਰਾਜ, ਉਹ ਸੂਰਮਾ ਹੈ ਤੇ ਬੜਾ ਸਿਆਣਾ ਹੈ। ਭੀਮ ਚੰਦ ਦੇ ਸਲਾਹਕਾਰ ਬੜੇ ਸਿਆਣੇ ਨੇ ਸਾਡੇ ਰਾਜੇ ਦੇ। ਕਦੀ ਕਦੀ ਉਹ ਸ਼ਸਤਰ ਵਿਦਿਆ, ਵਾਹਿਗੁਰੂ ਕਦੀ ਕਦੀ ਸ਼ਿਕਾਰ ਤੇ ਖੇਡ ਚੜ੍ਹਦਾ ਹੈ। ਤੇ ਮਹਾਰਾਜ ਸ਼ਸਤਰ ਵਿਦਿਆ ਦਾ ਕਾਫੀ ਅਭਿਆਸ ਕਰਦਾ ਭੀਮ ਚੰਦ ਰਾਜਾ। ਸਾਰੇ ਸ਼ਸਤਰ ਵਿਦਿਆ, ਮਹਾਰਾਜ ਸਾਰੇ ਸ਼ਸਤਰਾਂ ਦੀ ਉਹਦੇ ਕੋਲ ਵਿਦਿਆ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ, ਤੁਸੀਂ ਜਦੋਂ ਸ਼ਿਕਾਰ ਤੇ ਜਾਣਾ ਲੈ ਕੇ ਚੱਲਿਓ, ਆਪ ਵੇਖ ਲਿਓ। ਗੁਰੂ ਸਾਹਿਬ ਖੁਸ਼ ਹੋਏ ਆ, ਕਹਿੰਦਾ ਮਹਾਰਾਜ ਛੇਤੀ ਸਮਾਂ ਦਿਓ ਮਿਲਣ ਦਾ। ਮਹਾਰਾਜ ਮੁਸਕਰਾਏ। ਗੁਰੂ ਸਾਹਿਬ ਨੇ ਉਹਨੂੰ ਸਰੋਪਾ ਦਿੱਤਾ ਜੀ, ਤੇ ਸਰੋਪਾ ਦੇ ਕੇ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਤੋਰ ਦਿੱਤਾ। ਇੱਥੋਂ ਤੱਕ ਆਪਾਂ ਪ੍ਰਸੰਗ ਸਰਵਣ ਕੀਤਾ ਸੀ। ਹੁਣ ਸਾਧ ਸੰਗਤ ਜੀ ਅੱਗੋਂ ਆਪਾਂ ਕਥਾ ਸਰਵਣ ਕਰਨੀ ਹੈ। ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਬਿਦਾ ਹੋਏ ਸਤਿਗੁਰੂ ਤੇ ਹਰਖਤ ਲੈ ਸਿਰੋਂ ਪਾਏ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਭੀਮ ਚੰਦ ਦੇ ਵਜ਼ੀਰ ਨੂੰ ਵਿਦਾ ਕੀਤਾ ਜੀ, ਸਰੋਪਾ ਦਿੱਤਾ। ਬਹੁਤ ਖੁਸ਼ ਹੋਇਆ ਵਜ਼ੀਰ ਜਿਹੜਾ ਹੈ ਉਹ ਸਾਧ ਸੰਗਤ ਜੀ ਆਨੰਦਪੁਰ ਸਾਹਿਬ ਤੋਂ ਚਲੇ ਗਿਆ। ਭੀਮ ਚੰਦ ਗਿਰ ਇੰਦ ਢਿਗ ਗਾਵ ਜ਼ੀਰੋ ਤਲਾਏ। ਬੜੀ ਕਾਹਲੀ ਕਰਦਾ, ਬੜੀ ਛੇਤੀ ਕਰਦਾ ਉਹ ਸਾਧ ਸੰਗਤ ਜੀ ਭੀਮ ਚੰਦ ਦੇ ਕੋਲ ਪਹੁੰਚ ਗਿਆ ਜੀ। ਹਾਂਜੀ, ਚੌਪਈ। ਨਮੋ ਠਾਨ ਬੈਠਿਓ ਨਿਰਪਪਾਸੀ। ਨਮਸਕਾਰ ਕੀਤੀ ਜੀ ਆਪਣੇ ਰਾਜੇ ਨੂੰ, ਤੇ ਵਜ਼ੀਰ ਰਾਜੇ ਦੇ ਕੋਲ ਬੈਠ ਗਿਆ। ਹਾਂਜੀ, ਗੁਰਨ ਵਾਰਤਾ ਸਕਲ ਪ੍ਰਕਾਸ਼ੀ। ਹੁਣ ਜੋ ਜੋ ਵੇਖ ਕੇ ਆਇਆ ਨਾ ਜੀ ਸਾਰੀ ਗੱਲ ਦੱਸੀ ਜੀ ਉਹਨੇ ਜੀ। ਫਿਰ ਜੀ ਲਾਗੇ ਬੈਠ ਕੇ ਵਜ਼ੀਰ ਨੇ ਗੱਲ ਦੱਸਣੀ ਸ਼ੁਰੂ ਕੀਤੀ ਜੀ। ਬੜ ਉਤਸ਼ਾਹਵੰਤ ਬਲ ਭਾਰੀ ਅਜ਼ਮਤ ਜਾਗਤ ਜੋਤ ਉਦਾਰੀ। ਕਹਿਣ ਲੱਗਾ ਬਾਦਸ਼ਾਹ ਗੁਰੂ ਸਾਹਿਬ ਬਹੁਤ ਵੱਡੇ ਉਤਸ਼ਾਹਵੰਤ ਨੇ, ਭਾਵ ਉਤਸ਼ਾਹ ਵਾਲੇ ਹੈ, ਬੜੇ ਵੱਡੇ ਬਲਵਾਨ ਨੇ, ਬੜੇ ਵੱਡੇ ਯੋਧੇ ਹੈ, ਤੇ ਕਰਾਮਾਤ ਤੇ ਪਤਾ ਹੀ ਨਹੀਂ ਕਿੰਨੀ ਕੁ ਵਰਤ ਰਹੀ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਪਰ ਬੰਦੇ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਬੰਦਾ ਟਪਲਾ ਖਾ ਜਾਂਦਾ ਜੀ। ਹੁਣ ਇਹੋ ਵਜ਼ੀਰ ਹੈ, ਦੱਸ ਰਿਹਾ, ਦਰਸ਼ਨ ਕਰਕੇ ਆਇਆ, ਕਹਿੰਦਾ ਬੜੀ ਕਰਾਮਾਤ ਵਰਤਦੀ ਹੈ, ਬਹੁਤੀ ਕਰਾਮਾਤ ਗੁਰੂ ਜੀ ਵਰਤਾਉਂਦੇ ਆ। ਹਾਂਜੀ, ਤੁਮਰੋ ਕਹਿਓ ਸ਼ਰਵਨ ਸੁਨ ਆਛੇ। ਜੋ ਜੋ ਮੈਂ ਤੁਹਾਡੇ ਬਾਰੇ ਕਿਹਾ ਉਹਨਾਂ ਨੇ ਬੜੇ ਧੀਰਜ ਨਾਲ ਸੁਣਿਆ, ਬੜੀ ਸ਼ਾਂਤੀ ਦੇ ਨਾਲ ਸੁਣਿਆ। ਕਈ ਬੰਦੇ ਇਹੋ ਜਿਹੇ ਹੁੰਦੇ ਆ ਸੰਗਤ ਜੀ, ਉਹ ਕਿਸੇ ਦੀ ਗੱਲ ਸ਼ਾਂਤੀ ਨਾਲ ਨਹੀਂ ਸੁਣਦੇ ਜੀ। ਉਹ ਆਪਣੀ ਸੁਣਾ ਕੇ ਤੇ ਰਾਜੀ ਹੈ, ਪਰ ਕਿਸੇ ਦੀ ਸੁਣ ਕੇ ਰਾਜੀ ਨਹੀਂ ਹੈਗੇ। ਆਖੋ ਵਾਹਿਗੁਰੂ ਵਾਹਿਗੁਰੂ। ਕਿਉਂ ਜੀ ਬਾਬਿਓ? ਉਹ ਕਿਸੇ ਦੀ ਸੁਣ ਕੇ ਰਾਜੀ ਨਹੀਂ ਹੈਗੇ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਬੜੇ ਧੀਰਜ ਵਾਲੇ, ਕਹਿੰਦਾ ਜੀ ਬੜੇ ਧਿਆਨ ਨਾਲ ਮੇਰੀ ਸਾਰੀ ਗੱਲ ਸੁਣੀ ਉਹਨਾਂ ਨੇ। ਹਾਂਜੀ, ਜਥਾ ਜੋਗ ਉੱਤਰ ਦੇ ਪਾਛੇ। ਫਿਰ ਜੋ ਮੈਨੂੰ ਚਾਹੀਦਾ ਸੀ ਉਹ ਉੱਤਰ ਵੀ ਮੈਨੂੰ ਉਹਨਾਂ ਨੇ ਦਿੱਤਾ ਹੈ।
ਹਾਂਜੀ। ਸਾਦਰ ਮੁਲਾਕਾਤ ਠਹਿਰਾਈ। ਤੇ ਗੁਰੂ ਜੀ ਨੇ ਕਹਿ ਦਿੱਤਾ ਵੀ ਕੋਈ ਨਹੀਂ, ਮੁਲਾਕਾਤ ਕਰ ਲਵਾਂਗੇ। ਆਖੋ ਵਾਹਿਗੁਰੂ। ਚੇਤਾ ਰੱਖਿਓ, ਮਹਾਰਾਜ ਨੇ ਇਹ ਨਹੀਂ ਸੀ ਕਿਹਾ ਵੀ ਦਰਸ਼ਨ ਦਿਆਂਗੇ, ਇਹ ਕਿਹਾ ਸੀ ਵੀ ਮੁਲਾਕਾਤ ਕਰ ਲਵਾਂਗੇ। ਹਾਂਜੀ। ਮਿਲਹੁ ਆਪ ਲਿਹੁ ਕਾਜ ਬਣਾਈ। ਤੇ ਰਾਜਾ ਜੀ ਹੁਣ ਤੁਸੀਂ ਮਹਾਰਾਜ ਨੂੰ ਮਿਲ ਲਓ, ਤੁਹਾਡੇ ਕਾਰਜ ਬਣ ਜਾਣਗੇ, ਕਿਰਪਾ ਹੋ ਜਾਏਗੀ, ਗੱਲ ਬਣ ਜਾਏਗੀ। ਹਾਂਜੀ। ਭੀਰ ਬਿਲੰਦ ਆਨੰਦਪੁਰ ਮਹੀਆ। ਕਹਿਣ ਲੱਗਾ ਮੈਂ ਵੇਖ ਕੇ ਆਇਆ, ਆਨੰਦਪੁਰ ਵਿੱਚ ਤੇ ਭੀੜ ਹੀ ਲੱਗੀ ਰਹਿੰਦੀ ਹੈ, ਬੜੀ ਭੀੜ ਲੱਗੀ ਰਹਿੰਦੀ ਹੈ। ਹਾਂਜੀ। ਉਤਰੀ ਚੰਮੂ ਸੁਭਟ ਜਹ ਕਹੀਆ। ਫੌਜਾਂ ਉਤਰੀਆਂ ਹੋਈਆਂ ਸਨ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੜੀ ਫੌਜ ਹੈ। ਕਹਿਣ ਲੱਗਾ ਸਿੱਖ ਸੰਗਤ ਸਭ ਦਿਸ਼ ਤੇ ਆਵੈ। ਸਾਰੀਆਂ ਦਿਸ਼ਾਵਾਂ ਤੋਂ ਉਹਨਾਂ ਦੇ ਕੋਲ ਸੰਗਤਾਂ ਆਉਂਦੀਆਂ ਨੇ, ਕੋਈ ਕਿਸੇ ਇਲਾਕੇ ਵਿੱਚੋਂ ਆ ਰਿਹਾ, ਕੋਈ ਕਿਸੇ ਇਲਾਕੇ ਵਿੱਚੋਂ ਆ ਰਿਹਾ। ਕਹਿੰਦਾ ਰਾਜਾ ਜੀ ਮੈਂ ਬੜਾ ਵੱਡਾ ਪ੍ਰਤਾਪ ਵੇਖ ਕੇ ਆਇਆ। ਸੰਗਤ ਜੀ ਇੰਨਾ ਪ੍ਰਤਾਪ ਤੇ ਰਾਜੇ ਦਾ ਨਹੀਂ ਸੀ ਹੈਗਾ ਜਿੰਨਾ ਗੁਰੂ ਜੀ ਦਾ ਸੀਗਾ ਜੀ। ਹਾਂਜੀ। ਵਸਤ ਅਜਾਇਬ ਭੇਟ ਚੜਾਵੈ। ਬੜੀਆਂ ਬੜੀਆਂ ਅਜਾਇਬ ਭਾਵ ਵਧੀਆ ਵਸਤੂਆਂ ਭੇਟਾ ਕਰਦੇ ਨੇ ਸਿੱਖ ਉਹਨਾਂ ਨੂੰ। ਪੁਰਵਹਿ ਮਨੋ ਕਾਮਨਾ ਸਭ ਕੀ। ਫਿਰ ਉਹਨਾਂ ਦੀ ਮਨੋ ਕਾਮਨਾ ਵੀ ਪੂਰੀ ਹੁੰਦੀ ਹੈ, ਬੜੀ ਸ਼ਾਂਤੀ ਮਿਲਦੀ ਲੋਕਾਂ ਨੂੰ। ਹਾਂਜੀ। ਹਰਖਿਓ ਪਿਖੀ ਜੋਤ ਮੈਂ ਜਬ ਕੀ। ਕਹਿਣ ਲੱਗਾ ਰਾਜਾ ਜੀ ਸੱਚ ਦੱਸਾਂ, ਜਦੋਂ ਦਾ ਮੈਂ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਹੋ ਕੇ ਆਇਆ ਚਾਅ ਹੀ ਚੜੇ ਪਏ। ਕਹਿਣ ਲੱਗਾ ਆਖੋ ਵਾਹਿਗੁਰੂ। ਸਾਧ ਸੰਗਤ ਜੀ ਕਈ ਗੁਰਮੁਖ ਪਿਆਰੇ ਹੁੰਦੇ ਐਸੇ ਹੈ, ਕਈਆਂ ਦੀ ਕਮਾਈ ਇੰਨੀ ਜ਼ਿਆਦਾ ਹੁੰਦੀ ਹੈ, ਬਸ ਉਹਨਾਂ ਦੇ ਦਰਸ਼ਨ ਕਰ ਆਓ ਚਾਅ ਹੀ ਚੜੇ ਰਹਿੰਦੇ। ਸਾਧ ਸੰਗਤ ਜੀ ਚਾਅ ਹੀ ਚੜੇ ਰਹਿੰਦੇ, ਹਫਤਾ ਹਫਤਾ ਚਾਅ ਹੀ ਨਹੀਂ ਉਤਰਦਾ, ਇੰਨੇ ਚਾਅ ਚੜੇ ਰਹਿੰਦੇ ਜੀ। ਉਹ ਕਹਿਣ ਲੱਗਾ ਵੀ ਮੈਨੂੰ ਖੁਸ਼ੀ ਬੜੀ, ਕਹਿਣ ਲੱਗਾ ਉੱਥੋਂ ਹੋ ਕੇ ਆਇਆ। ਹਾਂਜੀ। ਉਚਿਤ ਆਪ ਕੋ ਤੂਰਨ ਚੱਲੀਐ ਹੈ। ਆਪ ਜੀ ਦਾ ਜਾਣਾ ਉੱਥੇ ਯੋਗ ਹੈ। ਤੇ ਰਾਜਾ ਜੀ ਛੇਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਚੱਲੋ ਤੁਸੀਂ ਵੀ। ਹਿਰਦੇ ਭਾਉ ਧਰ ਗੁਰ ਸੰਗ ਮਿਲੀਐ ਹੈ। ਆਖੋ ਵਾਹਿਗੁਰੂ। ਪਰ ਇਹ ਵੀ ਮੇਰੀ ਬੇਨਤੀ ਹੈ ਵੀ ਮਨ ਵਿੱਚ ਸ਼ਰਧਾ ਰੱਖਿਓ। ਵੇਖੋ ਮਨ 'ਚ ਸ਼ਰਧਾ ਨਾ ਹੋਵੇ ਜੀ ਤੇ ਮੇਲ ਗੇਲ ਅਸਰ ਨਹੀਂ ਪਾਉਂਦਾ ਜੀ। ਸਿੱਧੀ ਗੱਲ ਹੈਗੀ ਆ, ਸਪਸ਼ਟ ਗੱਲ ਹੈਗੀ ਆ। ਤੁਸੀਂ ਇੱਥੇ ਆਏ ਹੋ, ਆਪਾਂ ਗੁਰੂ ਘਰ ਵਿੱਚ ਆਏ ਆ ਕੇ ਸ਼ਰਧਾ ਹੀ ਨਹੀਂ ਹੈਗੀ, ਕੋਈ ਅਸਰ ਨਹੀਂ ਪਏਗਾ ਜੀ। ਕਹਿਣ ਲੱਗਾ ਸ਼ਰਧਾ ਰੱਖ ਕੇ ਮਿਲਿਓ ਉਹਨਾਂ ਨੂੰ। ਹਾਂਜੀ। ਗਿਰਪਤ ਸੁਨ ਆਨੰਦ ਕੋ ਪਾਇਓ। ਭੀਮ ਚੰਦ ਸੁਣ ਕੇ ਵੀ ਬਹੁਤ ਖੁਸ਼ ਹੋਇਆ। ਮਿਲਨ ਹੇਤ ਸਭ ਸਾਜ ਬਣਾਇਓ। ਉਹਨੇ ਫਿਰ ਮਿਲਣ ਵਾਸਤੇ ਸਾਰਾ ਤਿਆਰਾ ਕੀਤਾ ਜੀ, ਸਾਜੋ ਸਮਾਨ ਇਕੱਠਾ ਕੀਤਾ। ਸੈਨਾ ਸਕਲ ਬਟੋਰਨ ਕੀਨ। ਹੁਣ ਰਾਜਾ ਸੀਗਾ ਜੀ, ਰਾਜਾ ਸੀ। ਇਹ ਜਿਹੜੇ ਰਾਜੇ ਲੋਕ ਹੁੰਦੇ ਆ ਨਾ ਜੀ, ਇਹਨਾਂ ਨੂੰ ਬੜਾ ਹੁੰਦਾ ਵੀ ਸੈਨਾ ਇਕੱਠੀ ਕਰਕੇ ਖੜੀਏ, ਵਿਖਾਈਏ ਵੀ ਸਾਡਾ ਕਿੰਨਾ ਤੇਜ ਪ੍ਰਤਾਪ ਹੈ ਜੀ। ਇਹਨੇ ਸੈਨਾ ਇਕੱਠੀ ਕੀਤੀ। ਬ੍ਰਿੰਦ ਮੁਸਾਹਿਬ ਕਰ ਸੰਗ ਲੀਨ। ਬਹੁਤ ਸਾਰੇ ਆਪਣੇ ਸਲਾਹਕਾਰ ਉਹ ਵੀ ਨਾਲ ਲਏ ਜੀ, ਵੀ ਚੰਗੀ ਨਾਲ ਮਨੁੱਖਾਂ ਦੀ ਭੀੜ ਲੈ ਕੇ ਜਾਵਾਂ, ਮੇਰਾ ਪ੍ਰਭਾਵ ਪਵੇ। ਹਾਂਜੀ। ਬਸਨ ਬੇਭੂਖਨ ਤਨ ਧਰ ਘਨੇ। ਬੜੇ ਬੜੇ ਵਧੀਆ ਬਸਤਰ ਪਾਏ, ਗਹਿਣੇ ਪਾਏ ਜੀ ਇਹਨੇ ਜੀ। ਤੀਰ ਤੁਫੰਗਨ ਆਯੁਧ ਸਨੇ। ਤੀਰ ਤੁਫੰਗਨ ਆਯੁਧ ਸਨੇ। ਤੀਰ ਕਮਾਨ ਬੰਦੂਕਾਂ ਹਥਿਆਰ ਸ਼ਸਤਰ ਬੜੇ ਬੜੇ ਨਾਲ ਲੈ ਲਏ ਜੀ ਇਹਨੇ ਜੀ। ਪ੍ਰਭਾਵ ਪਾਉਣਾ ਚਾਹੁੰਦਾ ਸੀ ਨਾ। ਆਖੋ ਵਾਹਿਗੁਰੂ। ਵਾਹਿਗੁਰੂ। ਪ੍ਰਭਾਵ ਪਾਉਣਾ ਚਾਹੁੰਦਾ ਸੀਗਾ ਜੀ। ਕਈਆਂ ਨੂੰ ਆਦਤ ਹੁੰਦੀ ਹੈ ਵੀ ਜਦੋਂ ਅਸੀਂ ਆਉਣਾ ਤੇ ਕਈ ਬੰਦਿਆਂ ਨੂੰ ਨਾਲ ਲੈ ਕੇ ਆਉਣਾ ਜੀ।
ਕਈ ਗੁਰੂ ਘਰ 'ਚ ਹੁਣ ਵੀ ਇੰਜ ਕਰਦੇ ਜੀ। ਬਾਬਾ ਖੇਮ ਸਿੰਘ ਜੀ ਮਹਾਂਪੁਰਖ ਹੋਏ ਸਾਧ ਸੰਗਤ ਜੀ, ਰੱਬ ਦੇ ਪਿਆਰੇ, ਪੁੱਚੋ ਮੰਡੀ ਬਾਬਾ ਖੇਮ ਸਿੰਘ ਜੀ। ਮੈਨੂੰ ਗੁਰਮੁਖਾਂ ਨੇ ਦੱਸਿਆ ਵੀ ਕਦੀ ਵੀ ਉਹਨਾਂ ਤੁਰਦਿਆਂ ਹੋਇਆਂ ਇੱਕ ਵੀ ਬੰਦਾ ਆਪਣੇ ਨਾਲ ਨਹੀਂ ਸੀ ਰੱਖਿਆ ਜੀ। ਸਾਰਿਆਂ ਨੂੰ ਕਿਹਾ ਸੀ ਮੇਰੇ ਮਗਰ ਨਹੀਂ ਤੁਰਨਾ, ਮੈਂ ਇਕੱਲਾ ਹੀ ਤੁਰਾਂਗਾ। ਆਖੋ ਵਾਹਿਗੁਰੂ। ਮੈਂ ਇਕੱਲਾ ਤੁਰਾਂਗਾ, ਤੁਸੀਂ ਨਹੀਂ ਮੇਰੇ ਮਗਰ ਆਉਣਾ। ਸਾਧ ਸੰਗਤ ਜੀ, ਇਹਨੇ ਬੜੇ ਬੰਦੇ ਨਾਲ ਲਏ ਜੀ, ਆਪਣੇ ਸਲਾਹਕਾਰ ਲਏ ਜੀ ਭੀਮ ਚੰਦ ਨੇ। ਦੁਰਦ ਅਰੂੜ ਪੰਥ ਕੋ ਚਾਲਾ, ਤੇ ਦੁਰਦ ਅਰੂੜ ਪੰਥ ਕੋ ਚਾਲਾ। ਆਖੋ ਵਾਹਿਗੁਰੂ ਵਾਹਿਗੁਰੂ। ਹਾਥੀ ਤੇ ਚੜ ਕੇ ਫਿਰ ਆਇਆ ਜੀ, ਹਾਥੀ ਤੇ ਚੜ ਕੇ। ਰਾਜਾ ਸੀ ਨਾ, ਤੇ ਦੱਸ ਰਿਹਾ ਵੀ ਮੈਂ ਰਾਜਾ ਹੈਗਾ, ਉਹਨੂੰ ਨਹੀਂ ਪਤਾ ਕਿਸ ਪਾਤਸ਼ਾਹ ਦੇ ਕੋਲ ਜਾਣਾ। ਹਾਂਜੀ। ਬਾਦਤ ਦੁੰਦਪ ਆਦ ਅਗਾਰੀ, ਅੱਗੇ ਅੱਗੇ ਨਗਾਰਾ ਵੱਜਦਾ ਹੋਇਆ ਜਾ ਰਿਹਾ ਸੀਗਾ ਜੀ। ਆਮ ਰਾਜਾ ਨਹੀਂ ਸੀ ਨਾ ਜੀ, ਇਹ ਸਭ ਪਹਾੜੀ ਰਾਜਿਆਂ ਦਾ ਮੁਖੀ ਰਾਜਾ ਸੀਗਾ ਜੀ। ਬਜਹਿ ਕੁਲਾਹਲ ਘਾਲਤ ਭਾਰੀ, ਐ ਬੜਾ ਵੱਡਾ ਨਗਾਰਾ ਵੱਜ ਰਿਹਾ, ਸ਼ੋਰ ਹੋ ਰਿਹਾ, ਉਤਸ਼ਾਹ ਹੋ ਰਿਹਾ ਹੈ। ਹਾਂਜੀ। ਭੀਮ ਚੰਦ ਉਤਸ਼ਾਹਿਤ ਆਇਓ, ਹਾਥੀ ਦੇ ਉੱਤੇ ਭੀਮ ਚੰਦ ਬੈਠਾ, ਹਾਥੀ ਦੇ ਉੱਤੇ ਅੰਬਾਰੀ ਲਾਉਂਦੇ ਜੀ, ਅੰਬਾਰੀ ਜੀ। ਉਹਦੇ ਵਿੱਚ ਨਾ ਇੰਜ ਹੱਥ ਰੱਖ ਕੇ ਰਾਜੇ ਮਹਾਰਾਜੇ ਬਹਿ ਜਾਂਦੇ ਆ। ਹਾਥੀ ਦੇ ਉੱਤੇ ਬੈਠਾ, ਬੜੇ ਸਾਧ ਸੰਗਤ ਜੀ ਆਪਣੇ ਵਜੂਦ ਵਿੱਚ ਭੀਮ ਚੰਦ ਆ ਰਿਹਾ ਹੈ। ਚਲਤ ਆਨੰਦਪੁਰਾ ਨਜ਼ਰ ਆਇਓ, ਚੱਲਦਿਆਂ ਚੱਲਦਿਆਂ ਨਾਲ ਫੌਜਾਂ ਲਈਆਂ ਜੀ, ਬੜੇ ਘੋੜਸਵਾਰ ਲਏ, ਵਜ਼ੀਰ ਲਏ, ਸਲਾਹਕਾਰ ਲਏ। ਪਹੁੰਚ ਗੁਰੂ ਢਿੱਗ ਨਰ ਸੁਧ ਦੀਨ, ਤੇ ਚੱਲਦਿਆਂ ਚੱਲਦਿਆਂ ਚਲਤ ਆਨੰਦਪੁਰ ਨਿਅਰ ਆਇਓ। ਆਨੰਦਪੁਰ ਸਾਹਿਬ ਨੇੜੇ ਆਇਆ ਜੀ। ਆਖੋ ਵਾਹਿਗੁਰੂ। ਤੇ ਕਹਿੰਦੇ ਆ ਬਜਤ ਆਨੰਦਪੁਰ ਨਿਅਰ ਆਇਓ, ਪਹੁੰਚ ਗੁਰੂ ਢਿੱਗ ਨਰ ਸੁਧ ਦੀਨ। ਇੱਕ ਬੰਦਾ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ, ਉਹਨੇ ਆ ਕੇ ਸਤਿਗੁਰੂ ਜੀ ਨੂੰ ਖਬਰ ਦਿੱਤੀ ਹੈ। ਆਨੰਦ ਚੰਦ ਤਬ ਭੇਜਨ ਕੀਨ, ਮਹਾਰਾਜ ਭੀਮ ਚੰਦ ਰਾਜਾ ਫੌਜਾਂ ਸਮੇਤ ਆ ਰਿਹਾ ਮਿਲਣ ਵਾਸਤੇ। ਗੁਰੂ ਸਾਹਿਬ ਜੀ ਨੇ ਭਾਈ ਆਨੰਦ ਚੰਦ ਜੀ ਨੂੰ ਭੇਜਿਆ ਜੀ। ਜਾਹੋ ਅਗਰ ਸਨਮਾਨਤ ਆਨੋ, ਮਹਾਰਾਜ ਕਹਿਣ ਲੱਗੇ ਜਾਓ ਤੇ ਸਨਮਾਨ ਕਰਦਿਆਂ ਹੋਇਆਂ ਲੈ ਕੇ ਆਓ, ਸਤਿਕਾਰ ਦੇ ਨਾਲ ਅੱਗੇ ਲੈ ਕੇ ਆਓ ਉਹਨੂੰ। ਆਛੇ ਥਾਨ ਉਤਾਰਨ ਠਾਨੋ, ਕਿਸੇ ਚੰਗੀ ਥਾਂ ਉੱਤੇ ਉਹਦਾ ਉਤਾਰਾ ਕਰਵਾ ਦਿਓ। ਹਾਂਜੀ। ਗੁਰ ਘਰ ਤੇ ਬਹੁ ਰਸਤ ਪਚਾਵੋ, ਤੇ ਗੁਰੂ ਘਰੋਂ ਰਸਤਾਂ ਬਸਤਾਂ ਵੀ ਦੇ ਦਿਓ, ਛਕਣ ਛਕਾਉਣ ਵਾਸਤੇ ਲੰਗਰ ਪਹੁੰਚਾ ਦਿਓ, ਕਿਸੇ ਗੱਲ ਦੀ ਕਮੀ ਨਾ ਆਵੇ। ਕ੍ਰਿਤ ਮਿਸ਼ਟਾਨ ਅਧਿਕ ਲੈ ਜਾਵੋ, ਘਿਓ, ਖੰਡ, ਪਦਾਰਥ, ਆਟਾ ਸਾਰਾ ਦੇ ਆਓ ਉਹਨੂੰ। ਕਹਿਣ ਲੱਗੇ ਵਾਹਿਨ ਗਨ ਕੋ ਦੇਹੋ ਤ੍ਰਿਣ ਦਾਨਾ, ਹਾਥੀ ਘੋੜਿਆਂ ਨੂੰ ਘਾਹ ਪੱਠਾ ਦਿਓ, ਸੱਚੇ ਪਾਤਸ਼ਾਹ ਕਹਿੰਦੇ। ਹਾਂਜੀ। ਬਿਨ ਜਾਚੇ ਪਹੁੰਚਾਏ ਮਹਾਨਾ, ਬਿਨਾਂ ਮੰਗਣ ਤੋਂ ਸਾਰਾ ਕੁਝ ਪਹਿਲਾਂ ਹੀ ਦੇ ਦਿਓ। ਆਖੋ ਵਾਹਿਗੁਰੂ ਵਾਹਿਗੁਰੂ। ਹਾਂ, ਇਹ ਵੇਖੋ ਸਾਡੇ ਸਤਿਗੁਰੂ ਜੀ ਦੀ ਕਿੰਨੀ ਸਿਆਣਪ ਹੈ ਜੀ। ਵੀ ਮੰਗਣ ਤੋਂ ਪਹਿਲਾਂ ਮਹਾਰਾਜ ਕਹਿੰਦੇ ਵਸਤੂਆਂ ਪਹੁੰਚਾ ਦਿਓ। ਸਾਡੇ ਘਰ ਕੋਈ ਆਵੇ ਤੇ ਜਲ ਪਾਣੀ ਨੂੰ ਮੂੰਹੋਂ ਨਾ ਮੰਗਣਾ ਪਵੇ ਜੀ, ਪਹਿਲਾਂ ਹੀ ਪਾਣੀ ਰੱਖੋ। ਸਿਆਣੀਆਂ ਬੀਬੀਆਂ ਪਹਿਲਾਂ ਹੀ ਪਾਣੀ ਲੈ ਆਉਂਦੀਆਂ ਜੀ, ਪਹਿਲਾਂ ਹੀ ਜੀ। ਮਹਾਰਾਜ ਕਹਿਣ ਲੱਗੇ ਬਿਨਾਂ ਮੰਗਣ ਤੋਂ ਸਭ ਕੁਝ ਪਹਿਲਾਂ ਪਹੁੰਚਾ ਦੇਵੋ। ਲੇਹੋ ਮਾਤੁਲ ਕੋ ਸੰਗਰ ਲਾਏ, ਨਾਲ ਆਪਣੇ ਮਾਮਾ ਜੀ ਨੂੰ ਮਹਾਰਾਜ ਕਹਿਣ ਲੱਗੇ ਮਾਮਾ ਜੀ ਨੂੰ ਨਾਲ ਲੈ ਜਾਓ, ਕਿਰਪਾਲ ਚੰਦ ਜੀ ਨੂੰ। ਆਹ ਸਦਨ ਨਰ ਪਠੋ ਬੁਲਾਏ, ਸੱਚੇ ਪਾਤਸ਼ਾਹ ਕਹਿਣ ਲੱਗੇ ਉਹ ਘਰ ਵਿੱਚ ਨੇ ਮਾਮਾ ਕਿਰਪਾਲ ਚੰਦ ਜੀ, ਤੇ ਸਿੱਖ ਭੇਜੋ ਤੇ ਮਾਮਾ ਕਿਰਪਾਲ ਚੰਦ ਜੀ ਨੂੰ ਵੀ ਸੱਦ ਲਓ। ਨੰਦ ਚੰਦ ਸੁਨ ਹੁਕਮ ਸਿਧਾਰਾ, ਨੰਦ ਚੰਦ ਜੀ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੁਣ ਕੇ
ਚਲੇ ਗਏ। ਤਬ ਕਿਰਪਾਲ ਤਤਕਾਲ ਹਕਾਰਾ। ਮਾਮਾ ਕਿਰਪਾਲ ਚੰਦ ਜੀ ਨੂੰ ਵੀ ਸੱਦਾ ਦਿੱਤਾ ਜੀ। ਬੜੀ ਛੇਤੀ ਛੇਤੀ ਹੋਇਆ ਸਾਰਾ ਕੁਝ ਜੀ। ਕਿਉਂ? ਉਹ ਆਨੰਦਪੁਰ ਸਾਹਿਬ ਦੇ ਨੇੜੇ ਪਹੁੰਚ ਗਿਆ ਸੀਗਾ ਜੀ। ਹਾਂਜੀ। ਚੜੇ ਤੁਰੰਗਨ ਪਰ ਜੁਗ ਚਾਲੇ। ਘੋੜਿਆਂ ਤੇ ਚੜ ਕੇ ਅਗਲਵਾਂਡੀ ਭੀਮ ਚੰਦ ਨੂੰ ਮਿਲਣ ਵਾਸਤੇ ਮਾਮਾ ਕਿਰਪਾਲ ਚੰਦ ਜੀ ਤੇ ਨੰਦ ਚੰਦ ਚੱਲ ਪਏ। ਕਿਤਕ ਸਾਉਰਨ ਲੈ ਸੰਗ ਚਾਲੇ। ਕੁਝ ਸਿਪਾਹੀ ਵੀ ਨਾਲ ਲਏ ਜੀ, ਯੋਧੇ ਸੂਰਮੇ ਵੀ ਨਾਲ ਲਏ ਜੀ। ਮਿਲੇ ਨਿਰਪਤ ਕੇ ਹੋਏ ਅਗਵਾਈ। ਐਨ ਅੱਗੇ ਜਾ ਕੇ ਫਿਰ ਭੀਮ ਚੰਦ ਰਾਜੇ ਨੂੰ ਮਿਲੇ ਜੀ। ਆਖੋ ਵਾਹਿਗੁਰੂ। ਕਿਉਂਕਿ ਉਹ ਅਜੇ ਸ਼ਰਧਾ ਨਾਲ ਆ ਰਿਹਾ। ਤੇ ਸਾਧ ਸੰਗਤ ਜੀ, ਸ਼ਰਧਾ ਨਾਲ ਆਉਣ ਵਾਲਾ ਰਾਜਾ, ਉਹਦਾ ਸਤਿਕਾਰ ਹੈ। ਕੱਲ ਨੂੰ ਇੰਨੇ ਹੀ ਚੜ ਕੇ ਆਉਣਾ ਤੇ ਫਿਰ ਵੇਖਿਓ ਕੀ ਕਰਦੇ ਮਹਾਰਾਜ। ਹਾਂਜੀ। ਖੁਸ਼ੀ ਗੁਰੂ ਕੀ ਜਾਨ ਸੁਨਾਈ। ਤੇ ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਦੱਸਿਆ ਵੀ ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀਤਾ, ਅਸੀਂ ਤੁਹਾਡਾ ਉਤਾਰਾ ਕਰਾਵਾਂਗੇ, ਛਕਣ ਛਕਾਉਣ ਨੂੰ ਪਦਾਰਥ ਦੇਵਾਂਗੇ। ਹਾਂਜੀ। ਪੇਖ ਕਰ ਭੀਮ ਚੰਦ ਹਰ ਖਾਇਓ। ਭੀਮ ਚੰਦ ਵੇਖ ਕੇ ਬੜਾ ਖੁਸ਼ ਹੋਇਆ ਜੀ। ਪਤਾ ਕਿਉਂ ਜੀ? ਉਹਨੂੰ ਲੱਗਾ ਵੀ ਇਹਨਾਂ ਵਿੱਚ ਤੇ ਜੁਗਤ ਮਰਿਆਦਾ ਹੀ ਬਹੁਤ ਹੈ। ਆਖੋ ਵਾਹਿਗੁਰੂ। ਵਾਹਿਗੁਰੂ। ਰਾਜੇ ਮਹਾਰਾਜਿਆਂ ਨੂੰ ਸਾਂਭਣਾ ਕਿਹੜਾ ਸੌਖਾ ਹੁੰਦਾ ਜੀ। ਪਰ ਉਹ ਖੁਸ਼ ਹੋਇਆ। ਇੱਕ ਤਾਂ ਉਹਦੀ ਆਓ ਭਗਤ ਹੋ ਗਈ ਜੀ, ਦੂਜਾ ਉਹ ਕਹਿਣ ਲੱਗਾ ਵੀ ਇਹ ਮਰਿਆਦਾ ਵਾਲੇ ਨੇ ਮਹਾਰਾਜ। ਹਾਂਜੀ। ਕਰਤੇ ਬਾਤ ਆਨੰਦਪੁਰ ਆਇਓ। ਗੱਲਬਾਤ ਕਰਦਿਆਂ ਕਰਦਿਆਂ ਸਾਧ ਸੰਗਤ ਜੀ ਉਹ ਆਨੰਦਪੁਰ ਸਾਹਿਬ ਪਹੁੰਚ ਗਏ ਜੀ। ਭੀਮ ਚੰਦ, ਮਾਮਾ ਕਿਰਪਾਲ ਚੰਦ ਜੀ ਗੱਲਬਾਤ ਕਰਨ ਲੱਗੇ, ਆਨੰਦਪੁਰ ਸਾਹਿਬ ਪਹੁੰਚ ਗਏ। ਕਰਿਓ ਨਿਵੇਸ਼ ਬੇਸ਼ ਸਥਾਨਾ। ਇੱਕ ਥਾਂ ਦਿੱਤੀ ਜਿੱਥੇ ਉਹਦਾ ਪੜਾਅ ਕਰਾਉਣਾ ਸੀਗਾ ਜੀ। ਖਾਨ ਪਾਨ ਕਰਵਾਏ ਇਸ਼ਨਾਨਾ। ਹਾਥੀ ਤੋਂ ਉਤਰਿਆ, ਆਨੰਦਾਂ ਦੀ ਪੁਰੀ ਵਿੱਚ ਪੈਰ ਰੱਖਿਆ ਜੀ ਉਹਨੇ ਆਪਣਾ। ਇਸ਼ਨਾਨ ਪਾਨ ਕਰਵਾਇਆ ਜੀ। ਬਾਹਨ ਕੋ ਸਭ ਦੀਨ ਆਹਾਰਾ। ਤੇ ਜਲ ਪਾਣੀ ਛਕਾਇਆ ਜੀ। ਹਾਥੀ ਘੋੜਿਆਂ ਵਾਸਤੇ ਵੀ ਪ੍ਰਬੰਧ ਕੀਤਾ ਸਾਰਾ। ਸਰਬ ਸੰਗ ਨ੍ਰਿਪ ਮੁਦਦ ਉਦਾਰਾ। ਭੀਮ ਚੰਦ, ਮਾਮਾ ਕਿਰਪਾਲ ਚੰਦ ਜੀ ਤੇ ਨੰਦ ਚੰਦ ਜੀ ਦੀ ਜੁਗਤ ਵੇਖ ਕੇ ਬੜਾ ਖੁਸ਼ ਹੋ ਰਿਹਾ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਵੀ ਟ੍ਰੇਨਡ ਨੇ ਨਾ, ਜਿਹਨੂੰ ਆਪਾਂ ਕਹਿੰਦੇ ਚੰਡੇ ਹੋਏ ਆ। ਮਰਿਆਦਾ ਵੇਖ ਕੇ, ਜੁਗਤ ਵੇਖ ਕੇ ਬੜਾ ਖੁਸ਼ ਹੋ ਰਿਹਾ ਵੀ ਕਿੱਡੀ ਸੋਹਣੀ ਮਰਿਆਦਾ ਇਹਨਾਂ ਦੀ, ਇਹਨਾਂ ਨੂੰ ਆਉਂਦਾ ਸਾਰਾ ਕੁਝ ਕਰਨਾ। ਹਾਂਜੀ। ਸੁਖ ਸੋ ਸੁਪਤੇ ਰਾਤ ਬਿਤਾਈ। ਐਨ ਸੁੱਖ ਨਾਲ ਉਹ ਸੁੱਤਾ ਜੀ। ਰਾਤ ਆਨੰਦ ਨਾਲ ਬਤੀਤ ਕੀਤੀ। ਪੁੰਨ ਸਾਰ ਭਿਖੀ ਹੋਏ ਆਈ। ਤੇ ਫਿਰ ਦਿਨ ਚੜ ਗਿਆ ਜੀ। ਪਰ ਫਰਕ ਬੜਾ ਵੇਖੋ। ਰਤਨ ਰਾਏ ਆਇਆ, ਆਨੰਦਪੁਰ ਸਾਹਿਬ ਪਹੁੰਚਿਆ, ਉਹਦਾ ਵੀ ਪਹਿਲਾਂ ਬਾਹਰ ਪੜਾ ਕਰਾਇਆ। ਰਾਤ ਉਹਨੂੰ ਨੀਂਦ ਨਹੀਂ ਸੀ ਆਉਂਦੀ, ਕਿਹੜਾ ਵੇਲਾ ਹੋਵੇ ਦਿਨ ਚੜੇ ਤੇ ਮੈਂ ਮਹਾਰਾਜ ਦੇ ਦਰਸ਼ਨ ਕਰਾਂ। ਪਰ ਭੀਮ ਚੰਦ ਰੱਜ ਕੇ ਸੁੱਤਾ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਫਰਕ ਬੜਾ ਜੀ। ਸਭਨਾ ਉਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ। ਉਹਦੇ ਉੱਤੇ ਕਨੇਰੀ ਨਦਰ ਸੀ ਸਾਧ ਸੰਗਤ ਜੀ। ਹਾਂਜੀ। ਸੌਚ ਇਸ਼ਨਾਨ ਦੁਹਨ ਦਿਸ਼ ਹੋਏ। ਇਹ ਫਿਰ ਇਸ਼ਨਾਨ ਪਾਨ ਕੀਤਾ। ਉਧਰੋਂ ਗੁਰੂ ਕੇ ਸਿੱਖ ਸਾਰੇ ਅੰਮ੍ਰਿਤ ਵੇਲੇ ਉੱਠੇ, ਸਭਨਾਂ ਨੇ ਸੌਚ ਇਸ਼ਨਾਨ ਕੀਤਾ। ਬਸਨ ਵਿਭੂਖਨ ਧਰ ਸਭ ਕੋਏ। ਭੀਮ ਚੰਦ ਨੇ ਕੱਪੜੇ ਪਾਲੇ, ਗਹਿਣੇ ਪਾ ਕੇ ਤਿਆਰ ਹੋ ਗਿਆ ਜੀ। ਹਾਂਜੀ। ਸੁਨ ਸ਼੍ਰੀ ਗੁਜਰੀ ਅਧਿਕ ਆਨੰਦਤ। ਮਾਤਾ ਗੁਜਰੀ ਜੀ ਨੂੰ ਪਤਾ ਲੱਗਾ ਵੀ ਰਾਜਾ ਭੀਮ ਚੰਦ ਆਇਆ, ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ। ਮਾਤਾ ਗੁਜਰੀ ਜੀ ਨੂੰ ਬੜਾ ਚਾਅ ਚੜਿਆ ਜੀ। ਹਾਂਜੀ। ਸੁਤ ਮਹਿਮਾ ਲਖ ਨਵ ਗੁਰ ਬੰਦਤ। ਉਹਨਾਂ ਨੇ ਵੇਖਿਆ ਵੀ ਮੇਰੇ ਪੁੱਤਰ ਦੀ ਮਹਿਮਾ ਜ਼ਿਆਦੀ ਹੈ, ਬੜੀ ਮਹਿਮਾ। 9 ਗੁਰੂ ਸਾਹਿਬਾਨ ਦਾ ਨਾਮ ਲੈ ਕੇ ਸ਼ੁਕਰ ਕੀਤਾ। ਆਖੋ ਵਾਹਿਗੁਰੂ। ਹੁਣ ਮਾਵਾਂ ਨੂੰ ਬੇਨਤੀ ਆ ਵੀ ਤੁਹਾਡੇ ਧੀਆਂ ਪੁੱਤ ਤਰੱਕੀ ਕਰਨ ਨਾ,
ਤੇ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਨਾਮ ਲੈ ਕੇ ਸ਼ੁਕਰਾਨਾ ਕਰਿਆ ਕਰੋ ਵੀ ਮਹਾਰਾਜ ਸ਼ੁਕਰ ਹੈ ਆਪ ਜੀ ਦਾ, ਸੱਚੇ ਪਾਤਸ਼ਾਹ। ਭਾਈ ਸੰਤੋਖ ਸਿੰਘ ਲਿਖਦੇ, ਕਹਿੰਦੇ ਸੁਤ ਮਹਿਮਾ ਲਖ ਨਾਵ ਗੁਰ ਬੰਦਤ। 9 ਗੁਰੂ ਸਾਹਿਬਾਨ ਦਾ ਨਾਮ ਲੈ ਕੇ ਮੱਥਾ ਟੇਕਿਆ ਮਾਤਾ ਜੀ ਨੇ ਵੀ ਵਾਹਿਗੁਰੂ ਜੀ ਸ਼ੁਕਰ ਆ ਸੱਚੇ ਪਾਤਸ਼ਾਹ ਇਹੋ ਜਿਹਾ ਸਮਾਂ ਆਇਆ ਜੀ। ਵੇਖੋ 2 ਕੰਮ ਬੰਦਾ ਕਰਦਾ ਰਹੇ ਜੀ। ਹਾਂਜੀ, 2 ਕੰਮ ਬੰਦਾ ਕਰਦਾ ਰਵੇ, ਇੱਕ ਤੇ ਵਾਹਿਗੁਰੂ ਜੀ ਦਾ ਭਜਨ ਤੇ ਦੂਜਾ ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਨੂੰ ਵੇਖ ਵੇਖ ਕੇ ਸ਼ੁਕਰਾਨਾ ਕਰਦਾ ਰਵੇ ਜੀ ਵੀ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ। ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 9ਵੇਂ ਪਾਤਸ਼ਾਹ ਤੱਕ ਨਾਮ ਲੈ ਕੇ ਮਾਂ ਗੁਜਰੀ ਜੀ ਨੇ ਸ਼ੁਕਰਾਨਾ ਕੀਤਾ, ਮੱਥਾ ਟੇਕਿਆ। ਸਭਾ ਥਾਨ ਕੋ ਗੁਰ ਚਲ ਆਏ। ਸੱਚੇ ਪਾਤਸ਼ਾਹ ਗਰੀਬ ਨਵਾਜ ਦਮਦਮਾ ਸਾਹਿਬ, ਉੱਥੇ ਗੁਰੂ ਕੇ ਮਹਿਲਾਂ ਵਿੱਚ ਹੀ ਇੱਕ ਪਾਸੇ ਸਥਾਨ ਹੈ, ਉੱਥੇ ਸਭਾ ਲੱਗਦੀ ਸੀਗੀ ਜੀ। ਉਸ ਜਗ੍ਹਾ ਆਏ ਹਨ, ਅਨੇਕ ਬਰਨ ਕੇ ਫਰਸ਼ ਵਿਛਾਏ। ਬੜੀ ਸੋਹਣੀ ਵਿਛਾਈ ਕੀਤੀ ਹੈ ਜੀ। ਹਾਂਜੀ, 4 ਸਿੰਘਾਸਨ ਪਰ ਚੜ੍ਹ ਥਿਰੇ। ਬੜਾ ਸੋਹਣਾ ਸਿੰਘਾਸਨ ਸੱਚੇ ਪਾਤਸ਼ਾਹ ਜੀ ਦਾ, ਮਹਾਰਾਜ ਗਰੀਬ ਨਵਾਜ ਉਹਦੇ ਉੱਤੇ ਸੱਜ ਗਏ। ਸੁਨ ਸਭ ਲੋਕ ਆਏ ਬੋ ਕਰੇ। ਸੁਣ ਸੁਣ ਕੇ ਸੰਗਤਾਂ, ਸਿਪਾਹੀ, ਗੁਰੂ ਕੇ ਸਿੱਖ ਸਾਰੇ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਰਹੇ ਹਨ। ਸ਼ੁਭਤ ਸਭਾ ਸਭ ਪੂਰਨ ਹੋਈ। ਸਾਰੀ ਸਭਾ ਪੂਰੀ ਭਰ ਗਈ ਜੀ, ਬੜੇ ਆਨੰਦ ਦਾ ਮਾਹੌਲ ਬਣਿਆ ਜੀ। ਹਾਂਜੀ, ਰਾਜ ਸਮਾਜ ਪ੍ਰਦੀਪਤ ਸੋਈ। ਹਾਂ, ਰਾਜ ਸਮਾਜ ਪ੍ਰਦੀਪਤ ਸੋਈ। ਆਖੋ ਵਾਹਿਗੁਰੂ। ਵਾਹਿਗੁਰੂ। ਐਨ ਰਾਜ ਜੋਗ ਵੇਖ ਰਿਹਾ ਜੀ, ਰਾਜ ਜੋਗ। ਇਉਂ ਲੱਗ ਰਿਹਾ ਵੀ ਜਿਵੇਂ ਕਿਸੇ ਮਹਾਰਾਜੇ ਦਾ ਦਰਬਾਰ ਸੱਜਿਆ ਹੋਵੇ ਜੀ। ਹਾਂਜੀ, ਕੰਚਨ ਸ਼ਰੀਦਾਰ ਗਨ ਖਰੇ। ਸੋਨੇ ਦੀਆਂ ਚੋਭਾਂ ਲੈ ਕੇ ਗੁਰੂ ਕੇ ਸਿੱਖ ਖਲੋਤੇ ਹਨ। ਸੂਰਜਮੁਖੀ ਉਭਾਰਨ ਕਰੇ। ਹਾਂ, ਸੂਰਜਮੁਖੀ ਪੱਖੇ ਲੈ ਕੇ ਸਤਿਗੁਰਾਂ ਨੂੰ ਹਵਾ ਚੱਲ ਰਹੇ ਗੁਰੂ ਕੇ ਸਿੱਖ। ਆਖੋ ਵਾਹਿਗੁਰੂ। ਬੜੀ ਵੱਡੀ, ਬੜੀ ਮਹਾਨ ਸੇਵਾ ਇਹ ਮੰਨੀ ਜਾਂਦੀ ਸੀਗੀ ਸਾਧ ਸੰਗਤ ਜੀ। ਪੱਖਾ ਫੇਰੀ ਪਾਣੀ ਢੋਵਾਂ, ਪੱਖਾ ਚੱਲਣ ਦੀ ਸੇਵਾ। ਤੇ ਪਤਾ ਕੀ ਹੁੰਦਾ ਸੀ, ਜਿਹੜਾ ਸਿੱਖ ਪੱਖਾ ਚੱਲ ਰਿਹਾ ਹੁੰਦਾ ਸੀ ਨਾ ਜੀ, ਦੂਜਿਆਂ ਨੂੰ ਤਾਂ ਹਵਾ ਦੇ ਰਿਹਾ ਹੁੰਦਾ ਸੀ, ਆਪ ਵਿਚਾਰਾ ਮੁੜ ਕੇ ਨਾ ਭਰਿਆ ਹੁੰਦਾ ਸੀਗਾ ਜੀ। ਏਸੀਆਂ ਨੇ, ਪੱਖਿਆਂ ਨੇ ਇਹ ਸੇਵਾ ਵੀ ਸਾਡੇ ਤੋਂ ਖੋਹ ਲਈ ਸਾਧ ਸੰਗਤ ਜੀ। ਇਹ ਸੇਵਾ ਵੀ ਖੋਹ ਲਈ, ਪੱਖਾ ਚੱਲਣ ਦੀ ਸੇਵਾ। ਇੱਥੇ ਆਪਣੇ ਕੋਲ ਵੀ ਵੱਡਾ ਪੱਖਾ ਹੁੰਦਾ ਸੀਗਾ ਜੀ, ਇੱਕ ਪੱਖੀ ਹੁੰਦੀ, ਇੱਕ ਪੱਖਾ ਹੁੰਦਾ ਜੀ। ਤੇ ਉਹ ਪੱਖਾ ਸਿੰਘ ਚੱਲਦੇ ਹੁੰਦੇ ਸੀਗੇ ਜੀ। ਹੁਣ ਤੇ ਕਿਸੇ ਗੁਰਦੁਆਰੇ ਜਾਓ ਵੀ ਪੱਖਾ ਹੈਗਾ, ਉਹਨਾਂ ਕਹਿਣਾ ਜੀ ਛੱਤ ਨਾ ਲੱਗਾ। ਇਹ ਪੱਖੇ ਰਹਿ ਗਏ ਜੀ। ਗੁਰੂ ਕੇ ਸਿੱਖ ਸੂਰਜਮੁਖੀ ਪੱਖੇ ਲੈ ਕੇ ਸੱਚੇ ਪਾਤਸ਼ਾਹ ਜੀ ਨੂੰ ਪੱਖਾ ਚਲਾ ਰਹੇ ਆ ਜੀ। ਹਾਂਜੀ, ਚਾਮਰ 4 ਬਾਰ ਬਹੁਟੋਰਤ। ਚੌਰ ਸਾਹਿਬ ਕਰਨ ਵਾਲਾ ਗੁਰੂ ਕਾ ਸਿੱਖ ਬੜਾ ਸੋਹਣਾ ਬਾਰ-ਬਾਰ ਚੌਰ ਸਾਹਿਬ ਕਰ ਰਿਹਾ ਜੀ, ਬਾਰ-ਬਾਰ ਕਰ ਢੋਵਤ। ਹਾਂਜੀ, ਬਿਸਦ ਮਰਾਲਨ ਕੀ ਦੁੱਤ ਚੋਰਤ। ਐ ਜਿਵੇਂ ਹੰਸ ਉਡਾਰੀਆਂ ਮਾਰਦੇ ਨੇ, ਐਦਾਂ ਗੁਰੂ ਜੀ ਦਾ ਦਰਬਾਰ ਲੱਗਾ, ਬੜੀ ਸੋਭਾ ਬਣੀ ਹੈ ਜੀ। ਪਠਿਓ ਮਸੰਦ ਹਕਾਰ ਨ ਰਾਜਾ। ਸਤਿਗੁਰੂ ਜੀ ਨੇ ਮਸੰਦ ਭੇਜਿਆ ਵੀ ਜਾਓ ਭਾਈ ਭੀਮ ਚੰਦ ਰਾਜੇ ਨੂੰ ਸੱਦ ਲਵੋ। ਕਰੀ ਆਨ ਸੁਧ ਦਰਸ਼ਨ ਕਾਜਾ। ਉਹਨੂੰ ਖਬਰ ਦਿੱਤੀ ਜੀ ਭੀਮ ਚੰਦ ਨੂੰ ਵੀ ਰਾਜਾ ਜੀ ਆਪ ਜੀ ਨੂੰ ਸਤਿਗੁਰੂ ਜੀ ਸੱਦ ਰਹੇ ਹਨ। ਯਾਦ ਕਰਤ ਚੱਲੀਏ ਅਬ ਪਾਸਾ। ਮਹਾਰਾਜ ਆਪ ਜੀ ਨੂੰ ਯਾਦ ਕਰ ਰਹੇ ਆ
ਆਪ ਜੀ ਚੱਲੋ ਪੁਰਹਿ ਸਤਿਗੁਰੂ ਜਨ ਕੀ ਆਸਾ। ਤੇ ਗੁਰੂ ਕਾ ਮਸੰਦ ਕਹਿਣ ਲੱਗਾ ਚੱਲੋ। ਗੁਰੂ ਸਾਹਿਬ ਤੇ ਵੱਡਿਆਂ ਵੱਡਿਆਂ ਦੀਆਂ ਆਸਾਂ ਪੂਰੀਆਂ ਕਰ ਦਿੰਦੇ ਨੇ। ਭੀਮ ਚੰਦ ਹੋਏ ਰਹਿਓ ਤਿਆਰੀ। ਵਾਹ, ਭੀਮ ਚੰਦ ਪਹਿਲਾਂ ਹੀ ਤਿਆਰ ਹੋ ਕੇ ਬੈਠਾ ਸੀ ਗੁਰੂ ਸਾਹਿਬ ਨੂੰ ਮਿਲਣ ਵਾਸਤੇ। ਕਿੰਨਾ ਵੱਡਾ ਪ੍ਰਤਾਪ ਮਹਾਰਾਜ ਦਾ। ਰਾਜੇ ਵੀ ਤਿਆਰ ਹੋ ਕੇ ਬੈਠੇ ਪਹਿਲਾਂ ਜੀ। ਭੀਮ ਚੰਦ ਤਿਆਰ ਹੋ ਕੇ ਬੈਠਾ ਵੀ ਮੈਨੂੰ ਕਦੋਂ ਆਵਾਜ਼ ਵੱਜੇਗੀ। ਬੈਠਿਓ ਤੋ ਪ੍ਰਤੀਖਨ ਧਾਰੀ। ਉਹ ਤਾਂ ਉਡੀਕ ਰਿਹਾ ਸੀ ਵੀ ਕਦੋਂ ਹੁਕਮ ਹੋਵੇਗਾ। ਆਏ ਹਕਾਰਨ ਗਮ ਨਹਿ ਤਹਾਂ। ਬੈਠੇ ਦਰਸ਼ਨ ਦਹਿ ਜਹਾਂ। ਵੀ ਜਦੋਂ ਬੁਲਾਉਣ ਆਉਣਗੇ ਉਦੋਂ ਜਾਵਾਂਗਾ। ਸੋ ਉਹ ਤਾਂ ਪਹਿਲਾਂ ਹੀ ਉਡੀਕ ਰਿਹਾ ਸੀ। ਪੁੰਜ ਮੁਸਾਹਿਬ ਲੈ ਕਰ ਸਾਥੇ। ਫਿਰ ਕਈ ਸਲਾਹਕਾਰ ਨਾਲ ਲੈ ਕੇ ਨਾ ਜੀ ਉਹ ਆਪਣੇ ਅਪਰ ਸੁਭਟ ਜਿਨ ਆਯੁਧ ਹਾਥੇ। ਬੜੇ ਬੜੇ ਸਿਪਾਹੀ ਨਾਲ ਲੈ ਕੇ ਤੁਰਿਆ ਜੀ, ਜਿਨ੍ਹਾਂ ਦੇ ਹੱਥ ਵਿੱਚ ਬਰਛੇ, ਤਿੱਖੀਆਂ ਤਲਵਾਰਾਂ, ਨੇਜੇ, ਢਾਲਾਂ, ਬੰਦੂਕਾਂ, ਸ਼ਸਤਰ ਸਨ ਜੀ। ਹਾਂਜੀ। ਗਮਨਿਓ ਬੋਲਤ ਸੰਗ ਵਜ਼ੀਰ। ਹਾਂਜੀ। ਬਸਤਰ ਵਿਭੂਖਨ ਚੀਰ ਸ਼ਰੀਰ। ਗੱਲਾਂ ਬਾਤਾਂ ਕਰਦਿਆਂ ਹੋਇਆ ਭੀਮ ਚੰਦ ਆ ਰਿਹਾ ਜੀ। ਬੜੀ ਅੱਜ ਉਹਨੇ ਟੌਰ ਕੱਢੀ ਆ ਜੀ। ਰਾਜੇ ਮਹਾਰਾਜਿਆਂ ਵਾਲੇ ਕੱਪੜੇ ਪਾਏ ਆ। ਉਹ ਵੀ ਪ੍ਰਭਾਵ ਪਾਉਣਾ ਚਾਹੁੰਦਾ ਜੀ ਆਪਣਾ। ਬਹੁ ਮੋਲੇ ਧਾਰਤ ਚੱਲ ਆਏ। ਗੁਰ ਸਨ ਸਿੱਖਿਅਨ ਭਨਿਓ ਸੁਨਾਏ। ਉਧਰੋਂ ਕੁਝ ਸਿੱਖ ਦਰਬਾਰ 'ਚ ਬੈਠੇ ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗੇ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਦਸਵੇਂ ਪਾਤਸ਼ਾਹ ਨੂੰ ਬੇਨਤੀ ਕਰਨ ਲੱਗੇ। ਪ੍ਰਭ ਜੀ ਗਿਰਪਤ ਮਤ ਕੇ ਕਾਚੇ। ਸੱਚੇ ਪਾਤਸ਼ਾਹ ਮਹਾਰਾਜ ਭੀਮ ਚੰਦ ਆਉਣ ਲੱਗਾ। ਕੁਝ ਸਮੇਂ ਵਿੱਚ ਉਹਨੇ ਆ ਜਾਣਾ। ਇਹ ਜਿਹੜਾ ਪਹਾੜੀ ਰਾਜਾ ਹੈ ਨਾ, ਇਹ ਮੱਤ ਦਾ ਬੜਾ ਕੱਚਾ ਹੈ। ਸੱਚੇ ਪਾਤਸ਼ਾਹ ਪਤਾ ਹੁੰਦਾ ਵੀ ਬੰਦਾ ਇਹ ਚਲਾਕ ਹੈ, ਇਹ ਬੰਦਾ ਭੋਲਾ ਹੈ। ਉਹ ਕਹਿੰਦੇ ਮਹਾਰਾਜ ਇਹ ਮੱਤ ਦੇ ਬੜੇ ਕੱਚੇ ਨੇ। ਕਪਟ ਅਨੇਕ ਵਿਦਨ ਮਹਿਰਾਚੇ। ਤੇ ਬੜਾ ਕਪਟ ਕਰ ਜਾਂਦੇ ਆ। ਕਪਟ ਕਹਿੰਦੇ ਆ ਵੀ ਕਰਨਾ ਕੁਝ ਤੇ ਵਿਖਾਉਣਾ ਕੁਝ ਜੀ। ਜਿਹੜਾ ਕਰੇ ਕੁਝ ਵਿਖਾਵੇ ਕੁਝ ਉਹਨੂੰ ਕਹਿੰਦੇ ਕਪਟ ਕਰਨਾ। ਕਹਿੰਦੇ ਮਹਾਰਾਜ ਇਹ ਬੜੇ ਤਰੀਕਿਆਂ ਨਾਲ ਕਪਟ ਕਰਦੇ ਆ। ਹਾਂਜੀ। ਇਨ ਪਰ ਬਹੁ ਵਿਸ਼ਵਾਸ ਨਾ ਕੀਜੈ। ਤੇ ਮਹਾਰਾਜ ਇਹਨਾਂ ਉੱਤੇ ਬਹੁਤਾ ਵਿਸ਼ਵਾਸ ਨਾ ਕਰੋ। ਹਾਂਜੀ। ਅੰਤਰ ਚਮੂ ਨਾ ਆਵਨ ਦੀਜੈ। ਇਸ ਕਰਕੇ ਫੌਜ ਅੰਦਰ ਨਾ ਆਉਣ ਦਿਓ। ਆਖੋ ਵਾਹਿਗੁਰੂ। ਵਾਹਿਗੁਰੂ। ਉਹਨਾਂ ਨੂੰ ਇਹ ਸੀ ਵੀ ਫੌਜ ਆ ਕੇ ਕਬਜ਼ਾ ਹੀ ਨਾ ਕਰ ਲੈ। ਭੀਮ ਚੰਦ ਫੌਜ ਲੈ ਕੇ ਆਇਆ ਵੀ ਦਰਸ਼ਨ ਕਰਨ ਦੇ ਬਹਾਨੇ ਕਬਜ਼ਾ ਹੀ ਨਾ ਕਰ ਲੈ। ਐਦਾਂ ਵੀ ਹੋ ਜਾਂਦਾ ਹੈ, ਹੁੰਦਾ ਹੈ ਐਦਾਂ। ਹਾਂਜੀ। ਜਿਤਕ ਮੁਸਾਹਿਬ ਅਨਹਿ ਸਾਥ। ਦਰਸਹਿ ਨਾਥ ਧਰੇ ਪਦ ਮਾਤ। ਵੀ ਜਿੰਨੇ ਕੁਛ ਉਹਦੇ ਸਲਾਹਕਾਰ ਨੇ ਉਹ ਨਾਲ ਆ ਜਾਣ, ਪਰ ਸਿਪਾਹੀ ਮਹਾਰਾਜ ਬਾਹਰ ਰਹਿਣ। ਹਾਂਜੀ। ਲੱਖ ਆਸ਼ੈ ਬਹੁ ਦਾਸਨ ਕੇਰਾ। ਗੁਰੂ ਸਾਹਿਬ ਨੇ ਵੇਖਿਆ ਵੀ ਸਿੱਖ ਸਾਨੂੰ ਕਹਿ ਤੇ ਰਹੇ ਆ, ਚਲੋ ਉਹਨਾਂ ਦਾ ਆਸ਼ਾ ਵੀ ਸਮਝਦੇ ਮਹਾਰਾਜ ਵੀ ਇਹ ਆਪਣੀ ਭਾਵਨਾ ਨਾਲ ਕਹਿ ਰਹੇ ਆ। ਹਾਂਜੀ। ਕਲਗੀ ਧਰ ਬੋਲੇ ਤਿਸ ਬੇਰਾ। ਪਰ ਆਖੋ ਵਾਹਿਗੁਰੂ। ਵਾਹਿਗੁਰੂ। ਸੱਚੇ ਪਾਤਸ਼ਾਹ ਜੀ ਦੀ ਉਮਰ ਬਹੁਤੀ ਵੱਡੀ ਨਹੀਂ, 14-15 ਸਾਲ ਮਸਾਂ ਹੀ ਉਮਰ ਹੋਣੀ ਉਦੋਂ। 14-15 ਸਾਲ ਮਹਾਰਾਜ ਤਖਤ ਤੇ ਬੈਠੇ ਤੇ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਸੈਨ ਸਮੇਤ ਜੇ ਅੰਤਰ ਆਵਹਿ। ਕਹਾਂ ਬਿਗਾਰ ਸਕੈ ਕਿਆ ਪਾਵਹਿ। ਮਹਾਰਾਜ ਕਹਿਣ ਲੱਗੇ ਸਿੱਖੋ, ਜੇ ਭੀਮ ਚੰਦ ਆਪਣੀ ਸਾਰੀ ਸੈਨਾ ਲੈ ਕੇ ਅੰਦਰ ਆ ਵੀ ਗਿਆ ਨਾ, ਸਤਿਗੁਰੂ ਕਹਿੰਦੇ ਦੱਸੋ ਕੀ ਵਿਗਾੜੇਗਾ ਸਾਡਾ, ਕੀ ਮਿਲ ਜਾਏਗਾ ਉਹਨੂੰ। ਕਹਿਣ ਲੱਗੇ ਕਿਆ ਵਿਸ਼ਵਾਸ ਤਿਨਹੋਂ ਕੇ ਕਰੇ। ਗਨ ਮ੍ਰਿਗ ਤੇ ਕਿਆ ਕੇਹਰ ਡਰੇ। ਮਹਾਰਾਜ ਕਹਿਣ ਲੱਗੇ ਉਹਦੇ ਉੱਤੇ ਕੀ ਸ਼ੰਕਾ ਕਰਨਾ,
ਹਿਰਨ ਜਿੰਨੇ ਮਰਜ਼ੀ ਇਕੱਠੇ ਹੋ ਕੇ ਆ ਜਾਣ, ਸ਼ੇਰ ਦਾ ਨਹੀਂ ਕੁਝ ਕਰ ਸਕਦੇ। ਆਖੋ ਵਾਹ। ਇੱਕ ਦ੍ਰਿਸ਼ਟਾਂਤ ਦਿੱਤਾ ਸੱਚੇ ਪਾਤਸ਼ਾਹ ਨੇ ਹਿਰਨਾਂ ਦਾ ਤੇ ਸ਼ੇਰਾਂ ਦਾ ਜੀ। ਮਹਾਰਾਜ ਕਹਿਣ ਲੱਗੇ ਹਿਰਨ ਇਕੱਠੇ ਹੋ ਕੇ ਆ ਜਾਣ ਤੇ ਸ਼ੇਰ ਦਾ ਥੋੜੀ ਕੁਝ ਵਿਗਾੜ ਸਕਦੇ ਆ। ਹਾਂਜੀ, ਆਵਨ ਦੇਹੋ ਸਭ ਸਭਾ ਮਝਾਰੀ। ਆ ਲੈਣ ਦਿਓ, ਸੈਨਾ ਦੇ ਸਮੇਤ ਆ ਲੈਣ ਦਿਓ ਕਹਿਣ ਲੱਗੇ। ਕਹਾਂ ਦੁਰਨ ਕਰ ਹੈ ਬਲ ਭਾਰੀ। ਮਹਾਰਾਜ ਕਹਿਣ ਲੱਗੇ ਅਸੀਂ ਕਿਹੜਾ ਲੁੱਕ ਕੇ ਬੈਠੇ ਆ, ਜੋ ਹੈ ਸਾਰਿਆਂ ਦੇ ਸਾਹਮਣੇ ਹੈ। ਹਾਂਜੀ, ਸਿੰਘ ਪੌਰ ਇਤਨੇ ਮਹਿ ਆਇਓ। ਉਹ ਇੰਨੇ ਚਿਰ ਨੂੰ ਬਚਨ ਕਰਦਿਆਂ ਭੀਮ ਚੰਦ ਮੁੱਖ ਦਰਵਾਜ਼ੇ ਉੱਤੇ ਆ ਗਿਆ ਜੀ। ਭਟਨ ਸਹਿਤ ਅੰਤਰ ਪ੍ਰਿਸ਼ਵਾਇਓ। ਤੇ ਆਪਣੀਆਂ ਫੌਜਾਂ ਸੂਰਬੀਰਾਂ ਸਮੇਤ ਅੰਦਰ ਆ ਗਿਆ। ਹੁਣ ਵੇਖੋ ਵੀ ਰਾਜਾ ਆ, 22 ਧਾਰ ਦੇ ਰਾਜਿਆਂ ਦਾ ਮੁਖੀ ਹੈ, ਆਪਣੀਆਂ ਫੌਜਾਂ ਦੇ ਨਾਲ ਚੱਲ ਕੇ ਮਿਲਣ ਆ ਰਿਹਾ। ਛੋਟਾ ਤੇ ਇਹੋ ਹੀ ਹੋਇਆ ਨਾ, ਵੱਡੇ ਜਿਹੜੇ ਉਹ ਤੇ ਬੈਠੇ ਨੇ ਸਤਿਗੁਰੂ ਜੀ। ਹਾਂਜੀ, ਪਹੁੰਚੇ ਚਰਨ ਬੰਦਨਾ ਕੀਨੀ। ਵਾਹ ਵਾਹ ਵਾਹ। ਰਾਜਾ ਅੱਗੇ ਆਇਆ ਤੇ ਰਾਜੇ ਨੇ ਗੁਰੂ ਜਾਣ ਕੇ ਮੱਥਾ ਵੀ ਟੇਕਿਆ ਮਹਾਰਾਜ ਨੂੰ ਜੀ। ਹਾਂਜੀ, ਥਾਤੀ ਧਨ ਆਗੇ ਧਰ ਦੀਨੀ। ਤੇ ਖਾਲੀ ਹੱਥ ਮੱਥਾ ਨਹੀਂ ਟੇਕਿਆ, ਇੱਕ ਥੈਲੀ ਜਿਹਦੇ ਚ ਮੋਹਰਾਂ ਸੀ ਉਹ ਅੱਗੇ ਰੱਖ ਕੇ ਫਿਰ ਮੱਥਾ ਟੇਕਿਆ। ਗੁਰ ਆਇਸ ਕੋ ਲੈ ਕਰ ਬੈਸਾ। ਮਹਾਰਾਜ ਨੇ ਆਗਿਆ ਕੀਤੀ ਜੀ। ਸਤਿਗੁਰੂ ਜੀ ਕਹਿੰਦੇ ਰਾਜੇ ਨੂੰ ਬਿਠਾਓ। ਉਹ ਰਾਜਾ ਸੀ, ਆਪਣੇ ਮਾਣ ਵਿੱਚ ਸਭ ਤੋਂ ਅੱਗੇ ਬੈਠਾ ਜੀ, ਐਂ ਟੌਰ ਕੱਢ ਕੇ ਜੀ। ਮਹਾਰਾਜ ਉੱਚੀ ਥਾਂ ਬੈਠੇ ਆ, ਰਾਜਾ ਸੰਗਤ ਵਿੱਚ ਬੈਠਾ ਜੀ। ਪੇਖ ਸਰੂਪ ਪੂਰਨ ਸਸ ਜੈਸਾ। ਮਹਾਰਾਜ ਜੀ 14-15 ਸਾਲਾਂ ਦੀ ਆਰਜੂ, ਦਾੜਾ ਨਹੀਂ ਸੀ ਅਜੇ ਆ ਰਿਹਾ, ਮਸ਼ਹਿਰਾ ਆ ਰਿਹਾ, ਦਾੜਾ ਨਹੀਂ ਸੀ ਅਜੇ ਆਇਆ। ਤੇ ਸਤਿਗੁਰੂ ਜੀ ਦਾ ਰੂਪ ਵੇਖੇ ਜੀ ਭੀਮ ਚੰਦ। ਹੁਣ ਭੀਮ ਚੰਦ ਦੀ ਉਮਰ ਵੱਡੀ ਹੈ, ਆਖੋ ਵਾਹਿਗੁਰੂ। ਵਾਹ। ਭੀਮ ਚੰਦ ਵੱਡੀ ਉਮਰ ਦਾ, ਮਹਾਰਾਜ ਜੀ ਦੀ ਸਰੀਰਕ ਉਮਰ ਛੋਟੀ ਹੈ। ਪਰ ਭੀਮ ਚੰਦ ਜਦੋਂ ਚਿਹਰਾ ਵੇਖੇ ਨਾ ਤੇ ਭੀਮ ਚੰਦ ਖੁਸ਼ ਬੜਾ ਹੋਇਆ ਜੀ। ਮਹਾਰਾਜ ਦਾ ਰੂਪ ਬੜਾ ਸੋਹਣਾ ਜੀ, ਕਿ ਸੁੰਦਰ ਸਰੂਪ ਹੋ, ਕਿ ਭੂਪਨ ਕੇ ਭੂਪ ਹੋ। ਹਾਂਜੀ, ਚਮੂ ਸਰਬ ਅਰ ਪੁੰਜ ਮਸਾਹਿਬ। ਉਹ ਜਿੰਨੀ ਵੀ ਫੌਜ ਆਈ ਸੀ, ਸਲਾਹਕਾਰ ਆਏ ਸਨ, ਧਾਰ ਕਰ ਨਮੋ ਕਰੈ ਗੁਰ ਸਾਹਿਬ। ਸਾਰਿਆਂ ਨੇ ਮਾਇਆ ਅੱਗੇ ਰੱਖ ਕੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਜੀ। ਜਥਾ ਜੋਗ ਥਿਰ ਹੋਇ ਕਰ ਸਾਰੇ। ਕਿਤਕ ਠਾਡੇ ਦਰਸ ਨਿਹਾਰੇ। ਕਈਆਂ ਨੂੰ ਬੈਠਣ ਦੀ ਜਗ੍ਹਾ ਮਿਲੇ, ਕਈਆਂ ਨੂੰ ਖਲੋਣ ਦੀ ਜਗ੍ਹਾ ਮਿਲੀ, ਉਹ ਖਲੋ ਕੇ ਦਰਸ਼ਨ ਕਰੀ ਜਾਂਦੇ, ਕਿਉਂ ਸੈਨਾ ਜੂ ਹੈ ਨਾਲ ਜੀ। ਹਾਂਜੀ, ਕੁਸ਼ਲ ਪ੍ਰਸ਼ਨ ਕਲਗੀ ਧਰ ਕੀਨਾ। ਹਾਥ ਜੋਰ ਭੂਪਤ ਕਹਿ ਦੀਨਾ। ਤੇ ਸਤਿਗੁਰੂ ਨਾ ਮੁਸਕਰਾ ਕੇ ਆਪਣੇ ਆਸਣ ਤੇ ਜਿੱਥੇ ਬੈਠੇ ਮੁਸਕਰਾ ਕੇ ਭੀਮ ਚੰਦ ਨੂੰ ਕਹਿਣ ਲੱਗੇ, ਹੋਰ ਰਾਜਾ ਜੀ ਰਾਜੀ ਖੁਸ਼ੀ ਹੋ, ਕੀ ਹਾਲ ਹੈ? ਕੁਸ਼ਲ ਪ੍ਰਸ਼ਨ ਕਲਗੀ ਧਰ ਕੀਨਾ, ਹਾਥ ਜੋਰ ਭੂਪਤ ਕਹਿ ਦੀਨਾ। ਭੀਮ ਚੰਦ ਹੱਥ ਜੋੜ ਕੇ ਕਹਿਣ ਲੱਗਾ, ਗਿਰ ਰਾਜਨ ਕੇ ਅਨੇਕ ਪ੍ਰਸੰਗ। ਵੀ ਮੈਂ ਰਾਜੀ ਖੁਸ਼ੀ ਹਾਂ। ਮਹਾਰਾਜ ਕਹਿਣ ਲੱਗੇ, ਕਿੱਡੀ ਕੁ ਵੱਡੀ ਰਿਆਸਤ ਹੈ ਤੁਹਾਡੀ। ਉਹ ਆਪਣੇ ਰਾਜੇ ਗਣਾਉਣ ਲੱਗਾ ਜੀ, ਵੀ ਕੇਸਰੀ ਚੰਦ, ਕਟੌਚ, ਨਦੌਣ, ਆਪਣੀ ਰਿਆਸਤ ਦੱਸਣ ਲੱਗਾ ਜੀ। ਹਾਂਜੀ, ਪੁੰਨ ਪ੍ਰਭ ਪੁੱਛੇ ਜਿਸ ਜਿਸ ਢੰਗ। ਫਿਰ ਜਿਵੇਂ ਜਿਵੇਂ ਮਹਾਰਾਜ ਪ੍ਰਸ਼ਨ ਕਰਦੇ ਆ। ਹਾਂਜੀ, ਕਿਤਕ ਰਾਜ ਦੂਣ ਜੋ ਕਹਿਲੂ ਰੰਗ। ਵੀ ਕਹਿਲੂਰ ਦੀ ਦੂਣ ਵਿੱਚ ਕਿੰਨੇ ਕੁ ਰਾਜ ਨੇ, ਦੁਬਾਰਾ ਦੱਸੋ ਸਾਨੂੰ। ਹਾਂਜੀ, ਭੂਪ ਕਟੋਚਨ ਕੋ ਕਿਤ ਭੂਰੰਗ। ਕਟੋਚੀਏ ਰਾਜੇ ਦਾ ਕਿੰਨਾ ਕੁ ਵੱਡਾ ਰਾਜ ਹੈ। ਰਾਜ ਸਾਜ ਦੀਆਂ ਗੱਲਾਂ ਕਰ ਰਹੇ ਨਾ ਮਹਾਰਾਜ, ਕਿਉਂਕਿ ਭੀਮ ਚੰਦ ਕਿਹੜਾ ਉਪਦੇਸ਼ ਲੈਣ ਆਇਆ ਸੀ ਬ੍ਰਹਮ ਗਿਆਨ ਦਾ, ਵੀ ਮਹਾਰਾਜ ਮੈਂ ਬ੍ਰਹਮ ਗਿਆਨੀ ਬਣਨਾ,
ਮੈਨੂੰ ਉਪਦੇਸ਼ ਦਿਓ। ਉਹ ਤੇ ਰਾਜਿਆਂ ਵਾਂਗੂ ਮਿਲਣ ਆਇਆ ਸੀ, ਤੇ ਸਤਿਗੁਰੂ ਜੀ ਫਿਰ ਰਾਜਿਆਂ ਵਾਲੀਆਂ ਹੀ ਗੱਲਾਂ ਕਰ ਰਹੇ ਉਹਦੇ ਨਾਲ। ਜਸੋ ਵਾਰੀਆ ਔਰ ਗਲੇਰੂ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਪੁੱਛ ਰਹੇ ਆ ਉਹਨੂੰ, ਗੁਰੂ ਸਾਹਿਬ ਪੁੱਛ ਰਹੇ, ਕਹਿੰਦੇ ਜਸੋ ਵਾਲੀਏ ਗੁਲੇਰੀਏ, ਹਾਂਜੀ, ਬਿਜੜ ਵਾਲੀਏ ਬਹੁਤ ਚੰਦੇਰੂ। ਬਿਜੜ ਵਾਲੀਏ ਚੰਦੇਰੂ, ਹਾਂਜੀ। ਇਸ ਤੇ ਆਦਿਕ ਰਾਜ ਪਹਾੜੀ। ਹੋਰ ਵੀ ਜਿੰਨੇ ਤੁਹਾਡੇ ਪਹਾੜੀ ਰਾਜੇ ਆ, ਹਾਂਜੀ, ਗੁਰ ਬੂਝਨ ਨਿਰਪ ਸਕਲ ਉਚਾਰੀ। ਉਹਨਾਂ ਸਾਰਿਆਂ ਬਾਰੇ ਦੱਸੋ। ਆਖੋ ਵਾਹਿਗੁਰੂ। ਵਾਹਿਗੁਰੂ। ਬੜੀਆਂ ਰਿਆਸਤਾਂ ਸੀ ਨਾ ਜੀ ਪਹਾੜਾਂ ਦੇ ਵਿੱਚ, ਅਨੰਦਪੁਰ ਸਾਹਿਬ ਦੇ ਲਾਗੇ ਲਾਗੇ ਚੁਫੇਰੇ, ਦੂਰ ਤੱਕ ਹਿਮਾਚਲ, ਊਨਾ, ਇਹ ਸਾਰੀਆਂ ਰਿਆਸਤਾਂ ਸੀਗੀਆਂ ਪਹਿਲਾਂ ਜੀ, ਹਾਂਜੀ। ਪੁੰਨ ਬੋਲਿਓ ਜੇ ਵਸਤ ਅਜਾਇਬ, ਸੁਨੀ ਅਨੇਕ ਅਹੰ ਢਿਗ ਸਾਹਿਬ। ਉਹ ਕਹਿੰਦਾ ਮਹਾਰਾਜ ਹਾਂ, ਇਹ ਕਟੋਚ, ਜਸੋਵਾਰੀਆ, ਗੁਲੇਰ, ਬਿਜੜ ਤੇ ਮਹਾਰਾਜ ਕਟੋਚ, ਸਾਰਾ ਰਿਆਸਤਾਂ ਮੇਰੇ ਹੀ ਅਧੀਨ ਨੇ। ਰਾਜੇ ਰੱਖੇ ਆ ਉੱਥੇ, ਪਰ ਉਹ ਮੈਨੂੰ ਹੀ ਮੰਨਦੇ ਆ। ਬੜੀ ਅੱਗੇ ਕਥਾ ਆਏਗੀ ਜੀ। ਇਹਦਾ ਹੀ ਖਾਸ ਸੀਗਾ ਕੇਸਰੀ ਚੰਦ, ਇਹਦਾ ਖਾਸ ਸੀ ਕੇਸਰੀ ਚੰਦ। ਜਦੋਂ ਉਸ ਦੁਸ਼ਟ ਨੇ ਕਹਿਣਾ ਵੀ ਮੈਂ ਕਲਗੀਧਰ ਦਾ ਸਿਰ ਲਾਵਾਂਗਾ, ਕੇਸਰੀ ਚੰਦ ਨੇ ਕਿਹਾ ਸੀ। ਤੇ ਸਾਧ ਸੰਗਤ ਜੀ, ਬਾਬਾ ਉਦੈ ਸਿੰਘ ਜੀ ਨੇ ਕੇਸਰੀ ਚੰਦ ਦਾ ਸਿਰ ਵੱਢ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਲਿਆ ਕੇ ਰੱਖਿਆ ਸੀ। ਇਹ ਕੌਣ ਹੁੰਦੇ ਸਾਡੇ ਗੁਰੂ ਬਾਰੇ ਗੱਲ ਕਰਨ ਵਾਲੇ? ਇਹ ਕੌਣ ਹੁੰਦੇ ਆ? ਬੜੇ ਬੜੇ ਯੋਧੇ ਸਿੱਖ ਸੀਗੇ ਮਹਾਰਾਜ ਦੇ। ਇਹਨੇ ਦੱਸਿਆ ਸੱਚੇ ਪਾਤਸ਼ਾਹ ਇਹ ਸਾਰੇ ਆਪਣੇ ਹੀ ਆ, ਆਪਣਾ ਹੀ ਇਲਾਕਾ ਸਾਰਾ। ਮਹਾਰਾਜ ਕਹਿੰਦੇ ਠੀਕ ਹੈ। ਪੁੰਨ ਬੋਲਿਓ ਜੇ ਵਸਤ ਅਜਾਇਬ, ਅੱਗੇ ਪੜੋ। ਸੁਨੀ ਅਨੇਕ ਅਹੰ ਢਿਗ ਸਾਹਿਬ। ਫਿਰ ਕਹਿਣ ਲੱਗਾ ਭੀਮ ਚੰਦ, ਕਹਿੰਦਾ ਮਹਾਰਾਜ ਮੈਂ ਸੁਣਿਆ ਤੁਹਾਡੇ ਕੋਲ ਵਸਤੂਆਂ ਬੜੀਆਂ ਵਧੀਆ ਵਧੀਆ ਨੇ, ਮੈਂ ਸੁਣਿਆ ਆ, ਹਾਂਜੀ। ਕਿਰਪਾ ਕਰੋ ਸੋ ਹਮਹਿ ਦਿਖਾਵੋ, ਹਾਂਜੀ। ਬਾਂਛਤ ਹੁਤੇ ਸੋ ਅਬੈ ਅਨਾਵੋ। ਗਰੀਬ ਨਵਾਜ, ਮੇਰੀ ਬੜੀ ਇੱਛਾ, ਸਤਿਗੁਰੂ ਜੀ ਨੂੰ ਕਹਿੰਦਾ ਮੇਰੀ ਬੜੀ ਇੱਛਾ ਹੈ ਵੀ ਉਹ ਜਿਹੜੀਆਂ ਵਸਤੂਆਂ ਤੁਹਾਡੀਆਂ ਉਹ ਵੇਖਣੀਆਂ ਨੇ, ਕਿਰਪਾ ਕਰਕੇ ਮੈਨੂੰ ਵਿਖਾਓ। ਹਾਂਜੀ। ਸ਼੍ਰੀ ਕਲਗੀਧਰ ਹੁਕਮ ਬਖਾਨਾ। ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਦੇ ਲਾਗੇ ਸਿੱਖ ਹੱਥ ਜੋੜ ਕੇ ਖਲੋਤੇ। ਸਤਿਗੁਰੂ ਜੀ ਨੇ ਹੁਕਮ ਕੀਤਾ, ਆਨੋ ਚੌਂਕੀ ਅਜਬ ਮਹਾਨਾ। ਮਹਾਰਾਜ ਕਹਿਣ ਲੱਗੇ ਉਹ ਜਿਹੜਾ ਰਤਨ ਰਾਏ ਚੌਂਕੀ ਦੇ ਕੇ ਗਿਆ ਨਾ ਚੰਦਨ ਦੀ, ਉਹ ਲੈ ਕੇ ਆਓ। ਪੰਚ ਕਲਾ ਸ਼ਸਤਰ ਅਬ ਲਿਆਵੋ। ਨਾਲੇ ਪੰਚ ਕਲਾ ਸ਼ਸਤਰ ਵੀ ਲੈ ਕੇ ਆਓ ਇੱਥੇ। ਪੁਰਹੋ ਆਸ ਇਨ ਸਕਲ ਦਿਖਾਵੋ। ਇਹਦੀ ਆਸ ਪੂਰੀ ਕਰੋ, ਮਹਾਰਾਜ ਕਹਿਣ ਲੱਗੇ। ਸਾਧ ਸੰਗਤ ਜੀ, ਚੌਂਕੀ ਦੇ ਦਰਸ਼ਨ ਤੇ ਨਹੀਂ ਹੁੰਦੇ ਅੱਜ, ਪਰ ਪੰਚ ਕਲਾ ਸ਼ਸਤਰ ਦੇ ਜਿੰਨੇ ਦਰਸ਼ਨ ਕਰਨੇ ਆ, ਮੇਰੇ ਕੋਲ YouTube ਦੀ ਵੀਡੀਓ ਪਈ ਹੈ ਜੀ, ਗੁਜਰਾਤ ਦੇ ਵਿੱਚ ਹੈ, ਪੰਚ ਕਲਾ ਸ਼ਸਤਰ ਪਿਆ ਜੀ। ਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਵਾਲੇ, ਉਹਨਾਂ ਨੇ ਉੱਥੇ ਜਾ ਕੇ ਪੰਚ ਕਲਾ ਸ਼ਸਤਰ ਦੀ ਵੀਡੀਓ ਬਣਾਈ ਹੈ ਜੀ। ਜਿਨ੍ਹਾਂ ਨੂੰ ਸ਼ਸਤਰਾਂ ਦੀ ਸੋਝੀ ਹੈ ਨਾ, ਉਹਨਾਂ ਨੂੰ ਪਤਾ ਹੈ ਉਹ ਪੰਚ ਕਲਾ ਸ਼ਸਤਰ ਸ਼ਸਤਰ ਕਲਾ ਦਾ ਬਹੁਤ ਵੱਡਾ ਨਮੂਨਾ ਹੈ। ਮਹਾਰਾਜ ਕਹਿੰਦੇ ਲੈ ਕੇ ਆਓ, ਵਿਖਾਈਏ ਇਹਨੂੰ। ਕੋਸ਼ਪਤੀ ਸੁਨ ਕਹਿ ਤਤਕਾਲਾ। ਉਹ ਕੋਸ਼ਪਤੀ ਖਜ਼ਾਨਚੀ ਉਸੇ ਵੇਲੇ ਹੁਕਮ ਸੁਣ ਕੇ ਆਨ ਧਰੇ ਗੁਰ ਅਗਰ ਸੰਭਾਲਾ। ਉਹਨੇ ਬੜਾ ਸਾਂਭ ਕੇ ਸਤਿਗੁਰੂ ਜੀ ਦੇ ਅੱਗੇ ਰੱਖ ਦਿੱਤੇ ਜੀ। ਚੌਂਕੀ ਕਲ ਦਾਬੀ ਜਬ ਪੂਰਬ। ਉਹ ਚੌਂਕੀ ਸੀ ਤੇ ਚੌਂਕੀ 'ਚ ਬਟਨ ਲੱਗਾ ਸੀ ਇੱਕ ਜੀ। ਮਹਾਰਾਜ ਨੇ ਉਹ ਕਲਾ ਜਦੋਂ ਨੱਪੀ ਹੈ, ਨਿਕਸੀ ਪੁਤਲੀ ਪਿਖੀ ਅਬੂਰਤ। ਉਹਦੇ ਵਿੱਚੋਂ ਫਿਰ ਪੁਤਲੀਆਂ ਬਾਹਰ ਨਿਕਲੀਆਂ ਜੀ। ਉਸ ਜ਼ਮਾਨੇ ਦੀ ਬੜੀ ਵੱਡੀ ਚੀਜ਼ ਸੀਗੀ ਜੀ, ਜਿਹਦੇ ਉੱਤੇ ਚੌਪੜ ਖੇਡੀ ਜਾਂਦੀ ਸੀਗੀ ਜੀ। ਹਾਂਜੀ। ਗਹਿ ਕਰ ਮਹਿ ਡਲ ਦੇਤ ਰੁੜਾਈ। ਹਾਂਜੀ। ਚਲਹਿ ਚਾਲ ਸੇਵਕ ਦਿਖਰਾਈ। ਜਦੋਂ ਉਹ ਨਰਦਾਂ ਨੂੰ ਇੰਜ ਉਹਦੇ ਵਿੱਚ ਰੇੜੀਦਾ ਸੀ, ਉਹ ਕਿਵੇਂ ਸਾਰਾ ਕੁਝ ਘੁੰਮਦਾ ਸੀਗਾ, ਉਹ ਚੌਂਕੀ ਦੇ ਵਿੱਚ ਹੀ ਬਣਿਆ ਸੀ ਸਾਰਾ ਜੀ। ਭੀਮ ਚੰਦ ਨੇ ਤੇ ਚੌਂਕੀ ਵੇਖੀ
ਤੇ ਚੌਂਕੀ ਵੇਖ ਕੇ ਅੱਖਾਂ ਹੀ ਖੁੱਲੀਆਂ ਰਹਿ ਗਈਆਂ। ਉਹ ਕਹਿੰਦਾ ਅਸੀਂ ਰਾਜੇ ਲੋਕ ਹਾਂ, ਸਾਡੇ ਕੋਲ ਤਾਂ ਹੈਗੀਆਂ ਨਹੀਂ ਇਹੋ ਜਿਹੀਆਂ ਚੀਜ਼ਾਂ। ਹਾਂਜੀ, ਭੀਮ ਚੰਦ ਆਨੰਦ ਬਿਲੰਦਾ, ਬੜਾ ਆਨੰਦਿਤ ਹੋਇਆ ਜੀ ਭੀਮ ਚੰਦ। ਅਦਭੁਤ ਦੇਖਤ ਮਤ ਬਿਸਮੰਦਾ। ਪਰ ਉਹਦੀ ਬੁੱਧੀ ਹੈਰਾਨ ਵੀ ਹੋਈ ਜੀ, ਵੀ ਕਮਾਲ ਹੈ, ਫਕੀਰ ਨੇ, ਫਕੀਰਾਂ ਕੋ ਵੀ ਇੰਨਾ ਕੁਛ ਹੈਗਾ। ਆਖੋ ਵਾਹਿਗੁਰੂ। ਸਾਧ ਸੰਗਤ ਜੀ, ਇਹ ਫਕੀਰੀ ਸੀ, ਮੰਨਦੇ ਆ, ਪਰ ਇਹ ਗੁਰੂ ਅਮਰਦਾਸ ਜੀ ਨੇ ਅੱਗੋਂ ਕਿਰਪਾ ਕਰ ਦਿੱਤੀ ਜੀ। ਸਭ ਬਿਦ ਮਾਨਿਓ ਮਨ, ਤਬ ਹੀ ਭਇਓ ਪ੍ਰਸੰਨ, ਰਾਜ ਜੋਗ ਤਖਤ ਦੀਨ ਗੁਰ ਰਾਮਦਾਸ। ਗੁਰੂ ਰਾਮਦਾਸ ਜੀ ਤੋਂ ਫਿਰ ਰਾਜ ਜੋਗ ਸ਼ੁਰੂ ਹੋਇਆ ਜੀ। ਰਾਜਿਆਂ ਵਾਂਗੂ ਵੀ ਰਹਿਣਾ ਹੈ, ਪਰ ਵਾਹਿਗੁਰੂ ਵਿੱਚ ਇੱਕ ਮਿੱਕ ਵੀ ਰਹਿਣਾ ਹੈ ਜੀ। ਇਹਨੂੰ ਕਹਿੰਦੇ ਰਾਜ ਵੀ ਤੇ ਜੋਗ ਵੀ। ਹਾਂਜੀ, ਅਦਭੁਤ ਦੇਖਤ ਮਤ ਬਿਸਮੰਦਾ, ਪੁੰਨ ਕਲ ਦਾਬ ਸ਼ਸਤਰ ਦਿਖਾਇਓ। ਉਹ ਫਿਰ ਵਾਰੀ ਆ ਗਈ ਪੰਚ ਕਲਾ ਸ਼ਸਤਰ ਦੀ। ਜਦੋਂ ਮਹਾਰਾਜ ਨੇ ਉਹਦੀ ਕਲਾ ਦਬਾ ਕੇ ਭੀਮ ਚੰਦ ਨੂੰ ਉਹ ਸ਼ਸਤਰ ਵਿਖਾਇਆ, ਸ਼ਕਤ ਤਮਾਂਚਾ ਖੜਗ ਬਣਾਇਓ। ਵੇ ਕਿਵੇਂ ਪਹਿਲਾਂ ਬਰਛੀ ਸੀ, ਫਿਰ ਉਹ ਪਿਸਤੌਲ ਵੀ ਸੀ ਜੀ ਉਹਦੇ ਵਿੱਚ, ਬੰਦੂਕ ਵੱਡੀ। ਉਹ ਬੰਦੂਕ ਹੁਣ ਵੀ ਦਰਸ਼ਨ ਹੁੰਦੇ ਜੀ, ਢਾਲ ਵੀ ਹੈ, ਗੁਰਜ ਵੀ ਹੈ। ਉਹ ਸਾਰਾ ਕੁਝ ਵੇਖੇ ਵੀ ਇੱਕੋ ਸ਼ਸਤਰ ਵਿੱਚ ਇੰਨਾ ਕੁਝ। ਹਾਂਜੀ, ਆਯੁਧ ਪੰਚ ਬਣਾਏ ਦਿਖਾਏ। ਪੰਜ ਸ਼ਸਤਰ ਮਹਾਰਾਜ ਨੇ ਵਿਖਾਏ ਹੈ। ਆਖੋ ਵਾਹਿਗੁਰੂ। ਵਾਹ। ਮੈਂ ਉਦੋਂ ਵੀਡੀਓ ਸੁਣ ਰਿਹਾ ਸਾਂ, ਉਹ ਕਹਿ ਰਹੇ ਸੀ ਵੀ 4 ਸਾਨੂੰ ਲੱਭੇ ਹੈ, ਪੰਜਵਾਂ ਕਿਹੜਾ ਵਿੱਚ ਉਹ ਖੋਜ ਨਹੀਂ ਹੋ ਸਕੀ ਜੀ ਉਹਨਾਂ ਕੋਲੋਂ। ਪਰ ਮਹਾਰਾਜ ਦਾ ਸ਼ਸਤਰ ਹੈ, ਮਹਾਰਾਜ ਨੂੰ ਤਾਂ ਪਤਾ ਨਾ। ਗੁਰੂ ਸਾਹਿਬ ਨੇ 5 ਸ਼ਸਤਰ ਉਹਦੇ ਵਿਖਾਏ ਜੀ। ਇੱਕ ਸ਼ਸਤਰ ਵਿੱਚ ਜਿਹੜੇ 5 ਸ਼ਸਤਰ ਸਨ ਜੀ। ਹਾਂਜੀ, ਗੁਲਕਾਂ ਡਾਲ ਬਰੂਦ ਚਲਾਏ। ਆਖੋ ਵਾਹਿਗੁਰੂ। ਵਾਹਿਗੁਰੂ। ਭੀਮ ਚੰਦ ਕਹਿੰਦਾ ਮਹਾਰਾਜ ਇਹ ਬੰਦੂਕ ਚੱਲਦੀ ਵੀ ਹੈ ਕਿ ਵੈਸੇ ਹੀ ਬਣਾਈ ਹੈ? ਮਹਾਰਾਜ ਨੇ ਗੋਲੀਆਂ ਮੰਗਾਈਆਂ, ਵਿੱਚ ਪਾ ਕੇ ਚਲਾ ਕੇ ਵਿਖਾਈ ਸਾਧ ਸੰਗਤ ਜੀ। ਹਾਂਜੀ, ਜਿਤਕ ਸੰਗ ਮੈਂ ਚਮੂ ਪਹਾੜੀ। ਉਹ ਜਿੰਨੀ ਫੌਜ ਸੀ ਨਾ, ਪਹਾੜੀ ਫੌਜ ਉਹਦੇ ਨਾਲ ਆਈ, ਹੇਰ ਹੇਰ ਹੈਰਾਨੇ ਭਾਰੀ। ਉਹ ਸਾਰੇ ਵੇਖ ਵੇਖ ਕੇ ਹੈਰਾਨ ਹੋਏ ਜੀ। ਹਾਂਜੀ, 4 ਘਟੀ ਲਗ ਬੈਠ ਦਿਖਾਏ। 4 ਘੜੀਆਂ ਮਹਾਰਾਜ ਬੈਠੇ ਰਹੇ ਜੀ, ਸੱਚੇ ਪਾਤਸ਼ਾਹ। ਉਹ ਦਿਖਾਉਂਦੇ ਰਹੇ ਜੀ ਪੰਚ ਕਲਾ ਸ਼ਸਤਰ। ਹਾਂਜੀ, ਬੂਝਤ ਭੂਪ ਕਿਤਹੂ ਤੇ ਆਏ। ਵੇਖੋ ਕਿੱਡਾ ਖਚਰਾ ਹੈ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਪਤਾ ਤਾਂ ਹੈਗਾ ਇਹਨੂੰ ਸਾਰਾ ਵੀ ਅਸਾਮ ਦਾ ਰਤਨ ਰਾਏ ਦੇ ਕੇ ਗਿਆ। ਫਿਰ ਵੀ ਨਾ ਐ ਭੋਲਾ ਜਿਹਾ ਹੋ ਕੇ ਭੀਮ ਚੰਦ ਪੁੱਛਦਾ, ਕਹਿੰਦਾ ਵੀ ਇਹ ਸ਼ਸਤਰ ਆਇਆ ਕਿੱਥੋਂ ਹੈ ਮਹਾਰਾਜ? ਹਾਂਜੀ, ਸਤਿਗੁਰ ਸਗਰੀ ਕਥਾ ਸੁਣਾਈ। ਸੱਚੇ ਪਾਤਸ਼ਾਹ ਜੀ ਆਪ ਫਿਰ ਸਾਰੀ ਕਥਾ ਸੁਣਾਉਂਦੇ ਹਨ। ਤੋ ਅਸਾਮ ਦੇਸ਼ ਕੋ ਰਾਈ। ਮਹਾਰਾਜ ਕਹਿਣ ਲੱਗੇ ਵੀ ਅਸਾਮ ਦੇਸ਼ ਦਾ ਰਾਜਾ ਸੀ। ਹਾਂਜੀ, ਦੂਰ ਇਹਾਂ ਤੇ ਦੇਸ਼ ਵਡੇਰਾ। ਬੜੀ ਦੂਰ ਹੈ ਇਥੋਂ ਅਸਾਮ, ਪਰ ਵੱਡਾ ਇਲਾਕਾ ਮਹਾਰਾਜ ਕਹਿਣ ਲੱਗੇ। ਨਵਮ ਗੁਰੂ ਕੋ ਹੈ ਸੋ ਚੇਰਾ। ਉਹ ਸਾਡੇ ਪਿਤਾ ਸਤਿਗੁਰੂ 9ਵੇਂ ਪਾਤਸ਼ਾਹ ਜੀ ਦਾ ਸਿੱਖ ਹੈ। ਹਾਂਜੀ, ਸ਼ਰਧਾ ਧਰ ਕਰ ਇਹ ਦਿਸ਼ ਆਨੇ। ਉਹ ਸ਼ਰਧਾ ਧਾਰ ਕੇ ਇੱਥੇ ਸਾਡੇ ਕੋਲ ਆਇਆ ਸੀ। ਰਹਿਓ ਕਿਤਕ ਦਿਨ ਪੁਨਹ ਪਿਆਨੇ। ਕੁਝ ਦਿਨ ਰਿਹਾ, ਮੁੜ ਚਲੇ ਗਿਆ। ਇਹ ਸਤਿਗੁਰੂ ਜੀ ਕਹਿ ਰਹੇ ਨੇ। ਹਾਂਜੀ, ਭੀਮ ਚੰਦ ਭੂਪਤ ਸੁਨ ਬੋਲਾ। ਤੇ ਭੀਮ ਚੰਦ ਨਾ ਫਿਰ ਬੋਲਿਆ ਜੀ। ਹਾਂਜੀ, ਇੱਕ ਮੈਂ ਸੁਨਿਓ ਮਤੰਗ ਅਮੋਲਾ। ਕਹਿੰਦਾ ਮੈਂ ਸੁਣਿਆ ਵੀ ਇੱਕ ਹਾਥੀ ਵੀ ਦੇ ਕੇ ਗਿਆ ਹੈ। ਆਖੋ ਵਾਹਿਗੁਰੂ। ਵਾਹ। ਪਤਾ ਵੀ ਸ਼ਸਤਰ ਉਹ ਦੇ ਕੇ ਗਿਆ ਜੀ, ਫਿਰ ਵੀ ਪੁੱਛ ਰਿਹਾ ਜੀ। ਕਹਿੰਦਾ ਵੀ ਇੱਕ ਮੈਂ ਸੁਣਿਓ ਮਤੰਗ ਅਮੋਲਾ, ਵੀ ਬੜਾ ਕੀਮਤੀ ਹਾਥੀ ਵੀ ਦੇ ਕੇ ਗਿਆ ਮਹਾਰਾਜ। ਹਾਂਜੀ, ਬਹੁਤ ਦਰਬ ਲਾਗਿਓ ਜਿਸ ਡੇਰੇ। ਹਾਂਜੀ, ਇਹ ਦੋਨੋਂ ਹਮ ਚਾਹਤ ਹੇਰੇ। ਵੀ ਮਹਾਰਾਜ ਉਹ ਸੁਣਿਆ ਵੀ ਬੜੀ ਮਾਇਆ ਲੱਗੀ ਉਸ ਹਾਥੀ ਤੇ, ਮਹਾਰਾਜ ਉਹ ਵੀ ਵੇਖਣਾ ਚਾਹੁੰਦਾ ਹੈ।
ਤਬ ਕਲਗੀ ਧਰ ਗਿਰਾ ਰਸਾਲੀ। ਵਾਹ ਵਾਹ ਵਾਹ। ਮਹਾਰਾਜ ਦੀ ਗਿਰਾ ਆਵਾਜ਼ ਬੜੇ ਰਸ ਵਾਲੀ ਹੈ ਜੀ। ਗਰੀਬ ਨਵਾਜ ਤਖਤ ਉੱਤੇ ਬੈਠੇ ਰਸ ਨਾਲ ਆਵਾਜ਼ ਦਿੱਤੀ। ਕਹੀ ਦਿਖਾਵਨ ਕਰ ਹੈ ਕਾਲੀ। ਮਹਾਰਾਜ ਕਹਿਣ ਲੱਗੇ ਕੋਈ ਨਹੀਂ, ਉਹ ਤੁਹਾਨੂੰ ਕੱਲ ਨੂੰ ਵਿਖਾਵਾਂਗੇ। ਆਖੋ ਵਾਹਿਗੁਰੂ। ਵਾਹਿਗੁਰੂ। ਕੱਲ ਨੂੰ ਵਿਖਾਵਾਂਗੇ। ਅਜੇ ਤੈਨੇ ਤੰਬੋਲ ਨਹੀਂ ਵੇਖਿਆ ਮਹਾਰਾਜ ਦਾ, ਜਿਹੜਾ 2.5 ਲੱਖ ਰੁਪਏ ਦਾ ਉਸ ਜ਼ਮਾਨੇ 'ਚ ਬਣਿਆ ਸੀਗਾ ਜੀ। ਐਵੇਂ ਥੋੜੀ ਭਾਈ ਨੰਦ ਲਾਲ ਜੀ ਲਿਖਦੇ ਆ ਵੀ ਸ਼ਾਹੇ ਸ਼ਹਿਨਸ਼ਾਹ ਗੁਰ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ। ਉਸ ਸਮੇਂ ਦਾ ਬਾਦਸ਼ਾਹ ਔਰੰਗਜ਼ੇਬ, ਉਹਦਾ ਤੰਬੋਲ 80,000 ਦਾ ਹੈ ਤੇ ਸ਼ਾਹੇ ਸ਼ਹਿਨਸ਼ਾਹ ਜੀ ਦਾ 2.5 ਲੱਖ ਰੁਪਏ ਦਾ ਜੀ। ਕਿੰਨਾ ਫਰਕ ਹੈ ਜੀ। ਤੇ ਸਾਧ ਸੰਗਤ ਜੀ ਨਾਲ ਇੱਕ ਹੋਰ ਗੱਲ ਕਹੀ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਜੀ ਬਾਦਸ਼ਾਹ ਵੀ ਨੇ, ਪਰ ਗੁਰੂ ਗੋਬਿੰਦ ਸਿੰਘ ਜੀ ਦਰਵੇਸ਼ ਵੀ ਨੇ ਜੀ। ਪਰਮੇਸ਼ਰ ਨਾਲ ਵੀ ਇੱਕ ਮਿਕ ਨੇ ਜੀ। ਮਹਾਰਾਜ ਕਹਿਣ ਲੱਗੇ ਉਹ ਕੱਲ ਨੂੰ ਵਿਖਾਵਾਂਗੇ, ਕਿਉਂਕਿ ਹਾਥੀ ਦੇ ਕੌਤਕ ਵੀ ਵਿਖਾਉਣੇ ਪੈਣੇ ਨਾ ਜੀ ਸਾਰੇ। ਹਾਂਜੀ। ਆਜ ਦਿਖਨ ਕੋ ਸਮੋ ਨ ਰਹਿਓ, ਹਾਂਜੀ। ਕਰੋ ਬਿਲੋਕਨ ਜਿਮ ਚਿਤ ਚਾਹਿਓ। ਸਤਿਗੁਰੂ ਕਹਿਣ ਲੱਗੇ ਵੀ ਹੁਣ ਅੱਜ ਤਾਂ ਸਮਾਂ ਨਹੀਂ ਹੈ, ਆਜ ਦਿਖਨ ਕੋ ਸਮੇਂ ਨਾ ਰਹਿਓ, ਕਿਉਂਕਿ 4 ਘੜੀਆਂ ਤੇ ਅੱਗੇ ਵਿਖਾਇਆ ਮਹਾਰਾਜ ਨੇ। ਸੋ ਕੱਲ ਨੂੰ ਵਿਖਾਵਾਂਗੇ। ਇਮ ਸਤਿਗੁਰ ਕੇ ਰੁਖ ਕੋ ਜਾਨਾ। ਉਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰੁਖ ਵੇਖਿਆ ਵੀ ਹੁਣ ਅੱਜ ਨਹੀਂ ਇਹ ਵਿਖਾਉਣਾ ਚਾਹੁੰਦੇ। ਉਠਤ ਹੇਤ ਜੋਰੇ ਜੁਗ ਪਾਨਾ। ਭੀਮ ਚੰਦ ਉੱਠਿਆ, ਦੋਵੇਂ ਹੱਥ ਜੋੜੇ ਜੀ। ਹਾਂਜੀ। ਕਰੀ ਖੁਸ਼ੀ ਗਿਰਪਤ ਸੁਨ ਗਇਓ। ਖੁਸ਼ੀ ਕੀਤੀ ਮਹਾਰਾਜ ਨੇ ਉਹਦੇ ਤੇ, ਜਿੱਥੇ ਉਹਦਾ ਆਨੰਦਪੁਰ ਸਾਹਿਬ ਦੇ ਬਾਰ-ਬਾਰ ਪੜਾਅ ਕਰਾਇਆ ਸੀ, ਉੱਥੇ ਚਲੇ ਗਿਆ। ਹਿਰਦੇ ਅਧਿਕ ਹੀ ਹਰਖਤ ਭਇਓ। ਖੁਸ਼ ਬੜਾ ਜੀ। ਮਰਿਆਦਾ ਵੀ ਵੇਖੀ ਜੀ ਉਹਨੇ, ਤੇ ਖੁਸ਼ ਬੜਾ ਜੀ। ਵੱਡੀ ਉਮਰ ਵਾਲਾ, ਉੱਚਾ ਲੰਮਾ ਚੌੜਾ ਯੋਧਾ, ਚੰਗਾ ਪ੍ਰਭਾਵ ਹੈ। ਤੇ ਸਤਿਗੁਰੂ ਜੀ ਦੀ ਉਮਰ ਸਾਰੀ 14-15 ਸਾਲਾਂ ਦੀ ਜੀ। ਪਰ ਬੜਾ ਹੈਰਾਨ ਵੀ ਹੈ, ਬੜਾ ਖੁਸ਼ ਵੀ ਹੈ। ਹਾਂਜੀ। ਨਿਜ ਲੋਗਨ ਸੰਗ ਜਾਤ ਸਰਾਹਤ। ਆਪਣੇ ਸਲਾਹਕਾਰਾਂ ਦੇ ਨਾਲ ਨਾ ਮਹਾਰਾਜ ਦੀ ਸਿਫਤ ਕਰਦਿਆ ਹੋਇਆ ਜਾ ਰਿਹਾ ਹੈ। ਜਿਮ ਜਸ ਸੁਨਿਓ ਪਿਖਿਓ ਦੁਖ ਦਾਹਤ। ਹਾਂ, ਕਹਿੰਦਾ ਜਿਹੋ ਜਿਹਾ ਸੁਣਿਆ ਸੀ ਉਹੋ ਜਿਹਾ ਹੀ ਵੇਖਿਆ। ਜੋ ਵਜ਼ੀਰ ਕਹਿੰਦਾ ਸੀ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ। ਹਾਂਜੀ। ਅਤ ਸੁੰਦਰ ਮੂਰਤ ਮਨ ਮੋਹਨ। ਕਹਿੰਦਾ ਸੋਹਣੇ ਬੜੇ ਆ, ਚਿਹਰਾ ਤੇ ਇਹੋ ਜਿਹਾ ਹੈ ਵੀ ਮਨ ਹੀ ਮੋਹ ਲੈਂਦਾ ਹੈ। ਹਾਂਜੀ। ਵਿਦ ਕੀ ਸਕਲ ਨਿਪੁੰਨਤਾ ਸੋਹਤ। ਕਹਿਣ ਲੱਗਾ ਇਉਂ ਲੱਗਦਾ ਵੀ ਵਿਧਾਤੇ ਨੇ ਸਾਰੀ ਕਲਾ ਹੀ ਇਹਨਾਂ ਦੇ ਉੱਤੇ ਲਾ ਦਿੱਤੀ ਆਪਣੀ ਜੀ। ਸੰਗਤ ਜੀ ਇਹ ਗੱਲ ਸੱਚ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੰਨੇ ਸੋਹਣੇ ਵੀ ਪਰਮੇਸ਼ਰ ਨੇ ਮੰਨੋ ਵੀ ਸਾਰੀ ਸੁੰਦਰਤਾ ਇੱਕੋ ਹੀ ਸਰੀਰ ਉੱਤੇ ਲਾ ਦਿੱਤੀ ਹੋਵੇ ਲਈ। ਐਡੇ ਸੋਹਣੇ ਮਹਾਰਾਜ ਸੱਚੇ ਪਾਤਸ਼ਾਹ। ਪਿਛੇ ਜੇ ਭਾਈ ਸੰਤੋਖ ਸਿੰਘ ਜੀ ਨੇ ਸਿਫਤ ਕੀਤੀ ਸੀ ਮਹਾਰਾਜ ਦੇ ਸਰੂਪ ਦੀ। ਚਰਨਾਂ ਤੋਂ ਸ਼ੁਰੂ ਹੋਏ, 9 ਦੱਸੇ 9 ਕਿਹੋ ਜਿਹੇ, ਅੱਡੀਆਂ ਦਸੀਆਂ ਕਿਹੋ ਜਿਹੀਆਂ, ਗਿੱਟੇ ਦੱਸੇ ਕਿਹੋ ਜਿਹੇ, ਜੰਗਾਂ ਦਸੀਆਂ ਕਿਹੋ ਜਿਹੀਆਂ, ਪੇਟ ਦੱਸਿਆ ਕੈਸਾ, ਹਾਂਜੀ, ਛਾਤੀ ਦੱਸੀ ਕੈਸੀ, ਮੋਢੇ ਦੱਸੇ ਕੈਸੇ, ਬਾਹਾਂ ਦਸੀਆਂ, ਹੱਥ ਦੱਸੇ, ਹੱਥਾਂ ਦੀਆਂ ਉਂਗਲਾਂ ਦਸੀਆਂ, ਠੋਡੀ ਦੱਸੀ, ਹੋਂਠ ਦੱਸੇ, ਗੱਲਾਂ ਦਸੀਆਂ, ਨੇਤਰ ਦੱਸੇ, ਮੱਥਾ ਦੱਸਿਆ ਵੀ ਕਿਹੋ ਜਿਹਾ ਸੀਗਾ ਜੀ। ਉਹ ਸੁਣੀ ਤੁਸੀਂ ਕਥਾ ਜੀ। ਕਹਿੰਦਾ ਭੀਮ ਚੰਦ ਕਹਿੰਦਾ ਵਾਹ ਵਾਹ ਵਾਹ, ਐਡਾ ਸੋਹਣਾ ਰੂਪ, ਕਹਿੰਦਾ ਇੰਨਾ ਸੋਹਣਾ
ਬਿਦ ਕੀ ਸਕਲ ਨਿਪੁੰਨਤਾ ਸੋਹਤ, ਵਿਧਾਤੇ ਨੇ ਕਹਿੰਦੇ ਐ ਨਿਪੁੰਨ ਬਣਾਇਆ ਵੀ ਇਹਦੇ ਤੋਂ ਵਧੀਆ ਚਿਹਰਾ ਕਿਸੇ ਹੋਰ ਦਾ ਹੋ ਹੀ ਨਹੀਂ ਸਕਦਾ। ਭੀਮ ਚੰਦ ਕਹਿ ਰਿਹਾ ਜੀ ਵੀ ਜਿਹੋ ਜਿਹਾ ਚਿਹਰਾ ਇਹਨਾਂ ਦਾ ਉਹੋ ਜਿਹਾ ਕਿਸੇ ਹੋਰ ਦਾ ਨਹੀਂ ਹੋ ਸਕਦਾ। ਭਾਈ ਨੰਦ ਲਾਲ ਜੀ ਨੇ ਕਿਹਾ ਵੀ ਆ ਪਰੀ ਰੁਖਸਾਰੇ ਮਾਂ, ਪਰੀਆਂ ਵਰਗਾ, ਕਹਿੰਦੇ ਪਰੀਆਂ ਵਰਗੇ। ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਤਿਮ ਹੀ ਮਹਾ ਸੁਸ਼ੀਲ ਸ਼ਬੀਲਾ, ਡੀਲ ਡੋਲ ਵੀ ਉਹੋ ਜਿਹਾ, ਸੁਭਾਅ ਵੀ ਬੜਾ ਸੁਸ਼ੀਲ ਹੈ। ਹਾਂਜੀ। ਸ਼ੁਭ ਲੀਲਾ ਯੁਤ ਗਿਰਾ ਰਸੀਲਾ, ਕੌਤਕ ਵੀ ਬੜੇ ਵਧੀਆ। ਤੇ ਭੀਮ ਚੰਦ ਆਪਣੇ ਸਲਾਹਕਾਰਾਂ ਨੂੰ ਕਹਿੰਦਾ ਆਵਾਜ਼ ਵੀ ਬੜੀ ਸੋਹਣੀ ਹੈ, ਕਹਿਣ ਲੱਗਾ। ਹਾਂਜੀ। ਮੁਝ ਮਨ ਮੈਂ ਹੈ ਐਸੀ ਅਬ ਆਵੈ, ਇਨ ਸਮੀਪਤਾ ਤਜੀ ਨਾ ਜਾਵੈ। ਵੀ ਮੈਨੂੰ ਇਉਂ ਲੱਗਦਾ ਹੈ, ਮੇਰਾ ਚਿੱਤ ਕਰਦਾ ਵਾ ਵੀ ਇਹਨਾਂ ਦਾ ਸਾਥ ਨਾ ਛੱਡਾਂ, ਇਹਨਾਂ ਦਾ ਸਾਥ ਨਾ ਛੱਡਾਂ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਇਹ ਤੇ ਸ਼ਰਧਾਲੂ ਬਣ ਗਿਆ। ਆਖੋ ਵਾਹਿਗੁਰੂ। ਵਾਹਿਗੁਰੂ। ਤੇ ਗੁਰਮੁਖ ਦੱਸਦੇ ਵੀ ਮਹਾਰਾਜ ਨੇ ਹੁਣ ਇਹਦਾ ਮਨ ਵੀ ਬਦਲ ਦੇਣਾ ਜੀ ਫਿਰ ਜੀ, ਪਰ ਅਜੇ ਤੱਕ ਇਹ ਸ਼ਰਧਾ ਵਾਲਾ ਜੀ। ਹਾਂਜੀ। ਕ੍ਰਿਸ਼ਨ ਚੰਦ ਸੁੰਦਰ ਬਹੁ ਭਨਿਓ, ਆਪਣੇ ਸਲਾਹਕਾਰਾਂ ਨੂੰ ਕਹਿੰਦਾ ਵੀ ਮੈਂ ਸੁਣਿਆ ਸੀ ਵੀ ਦੁਆਪਰ ਯੁੱਗ ਦੇ ਕ੍ਰਿਸ਼ਨ ਜੀ ਸਭ ਤੋਂ ਸੋਹਣੇ ਹੋਏ ਆ। ਇਨ ਸਮ ਹਵੈ ਅਨੁਮਾਨਤ ਭਨਿਓ, ਕਿਉਂਕਿ ਹਿੰਦੂ ਹੈ ਨਾ, ਭੀਮ ਚੰਦ ਪੂਜਾ ਕਰਦਾ ਉਹਨਾਂ ਦੀ। ਕਹਿੰਦਾ ਮੈਨੂੰ ਲੱਗਦਾ ਵੀ ਕ੍ਰਿਸ਼ਨ ਜੀ ਇਹਨਾਂ ਵਰਗੇ ਹੋਣੇ ਆ, ਕਹਿਣ ਲੱਗਾ। ਕ੍ਰਿਸ਼ਨ ਜੀ ਇਹਨਾਂ ਵਰਗੇ ਹੋਣੇ, ਕਹਿਣ ਲੱਗਾ। ਐਡੇ ਹੀ ਸੋਹਣੇ ਉਹ ਹੋਣੇ, ਕਹਿਣ ਲੱਗਾ। ਸੁਨ ਵਜ਼ੀਰ ਭਾਖਤ ਵਡਿਆਈ, ਉਹ ਵਜ਼ੀਰ ਕਹਿੰਦਾ ਜੀ ਹਾਂ ਹਾਂ ਹਾਂ, ਇਹਨਾਂ ਵਰਗਾ ਸੋਹਣਾ ਤਾਂ ਹੈ ਹੀ ਕੋਈ ਨਹੀਂ। ਹਾਂਜੀ। ਕੀਰਤ ਗੁਰ ਨਾਨਕ ਬਿਦਤਾਈ, ਵੀ ਗੁਰੂ ਨਾਨਕ ਸਾਹਿਬ ਜੀ ਦੀ ਕੀਰਤੀ ਕੀਤੀ। ਹਾਂਜੀ। ਜਗ ਗੁਰ ਨਾਮ ਜਿਨਹੋ ਕੋ ਕਹੈ, ਤਿਨ ਕੀ ਗਾਦੀ ਪਰ ਥਿਰ ਅਹੈ। ਕਹਿਣ ਲੱਗਾ ਰਾਜਾ ਜੀ ਜਗਤ ਦੇ ਗੁਰੂ ਨੇ ਗੁਰੂ ਨਾਨਕ ਸਾਹਿਬ ਜੀ, ਤੇ ਉਹਨਾਂ ਦੀ ਗੱਦੀ ਦੇ ਉੱਤੇ ਇਹ ਬੈਠੇ ਨੇ। ਕਰਾਮਾਤ ਸਾਹਿਬ ਜਗ ਜਾਣੇ, ਉਤੋਂ ਸਾਰਾ ਜਗਤ ਜਾਣਦਾ ਵੀ ਇਹਨਾਂ ਵਿੱਚ ਕਰਾਮਾਤਾਂ ਵੀ ਬੜੀਆਂ ਨੇ। ਨਿਜ ਦਾਸਨ ਦਾ ਆਨੰਦ ਮਹਾਨੇ, ਤੇ ਰਾਜਾ ਜੀ ਆਪਣੇ ਸੇਵਕਾਂ ਦਾ ਤੇ ਹੱਥ ਛੱਡਦੇ ਹੀ ਨਹੀਂ ਏ, ਸੇਵਕਾਂ ਦੀ ਜ਼ਿੰਦਗੀ 'ਚ ਤੇ ਆਨੰਦ ਭਰ ਦਿੰਦੇ ਆ। ਇਤਿਆਦਿਕ ਬਹੁ ਕਰਹਿ ਸਰਾਹਨ, ਇਸ ਤਰੀਕੇ ਨਾਲ ਰਾਜਾ ਵੀ ਸਿਫਤ ਕਰ ਰਿਹਾ, ਵਜ਼ੀਰ ਵੀ ਕਰ ਰਿਹਾ ਹੈ। ਜਿਨਕੇ ਮਨ ਵਿਕਾਰ ਕੁਛ ਨਾਹਿਨ, ਉਹਨਾਂ ਸਤਿਗੁਰਾਂ ਦੀ ਸਿਫਤ ਕਰ ਰਹੇ ਆ ਜਿਨ੍ਹਾਂ ਦੇ ਮਨ ਵਿੱਚ ਕੋਈ ਵੀ ਵਿਕਾਰ ਨਹੀਂ ਹੈਗਾ ਜੀ। ਹਾਂਜੀ। ਸ਼੍ਰੀ ਕਲਗੀਧਰ ਸਦਨ ਪਹੁੰਚੇ, ਉਧਰ ਕਲਗੀਧਰ ਮਹਾਰਾਜ ਵੀ ਗੁਰੂ ਕੇ ਮਹਿਲਾਂ ਵਿੱਚ ਪਹੁੰਚ ਗਏ। ਚਲਤ ਚਪਲਗਤ ਜਿਨ ਸਚ ਊਚੇ, ਜਿਨ ਜਸ ਊਚੇ, ਐ ਚੱਲਦੇ ਆਪਣੇ ਅਸਥਾਨਾਂ ਤੇ ਪਹੁੰਚੇ ਆ ਜਿਨ੍ਹਾਂ ਦੀ ਮਹਿਮਾ ਜਸ ਬਹੁਤ ਵੱਡਾ ਹੈ। ਸੋ ਇੱਥੋਂ ਤੱਕ ਅੱਜ ਦਾ ਪ੍ਰਸੰਗ ਸੀਗਾ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਭੀਮ ਚੰਦ ਆਇਆ ਵਾ, ਭੀਮ ਚੰਦ ਨੇ ਦਰਸ਼ਨ ਕੀਤੇ ਆ, ਤੇ ਇਹਦੇ 'ਚ ਕੋਈ ਸ਼ੱਕ ਨਹੀਂ। ਭੀਮ ਚੰਦ ਆਪਣੇ ਸਾਥੀਆਂ ਨੂੰ ਕਹਿੰਦਾ ਵੀ ਇਹਨਾਂ ਦਾ ਸਾਥ ਨਹੀਂ ਛੱਡਣਾ, ਇਹਨਾਂ ਦੇ ਨਾਲ ਰਹਿਣਾ, ਕਹਿਣ ਲੱਗਾ। ਐਵੇਂ ਥੋੜੀ ਭਾਈ ਨੰਦ ਲਾਲ ਲਿਖਦੇ ਆ, ਨਾਜਰਾਨੇ ਹੂਏ ਗੁਰ ਗੋਬਿੰਦ ਸਿੰਘ। ਨਾਜਰਾਨੇ ਨਜ਼ਰਾਂ ਦੇ ਸਾਹਮਣੇ ਹੋਏ, ਨਾਜਰਾਨੇ ਹੂਏ ਗੁਰ ਗੋਬਿੰਦ ਸਿੰਘ, ਮਸਤ ਹੱਕਦਰ ਕੂਏ ਗੁਰ ਗੋਬਿੰਦ ਸਿੰਘ। ਹੇ ਗੁਰੂ ਗੋਬਿੰਦ ਸਿੰਘ ਜੀ, ਜਿਹੜਾ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਆ ਗਿਆ, ਉਹ ਤੁਹਾਡੇ ਸਾਹਮਣੇ ਕੀ ਆਇਆ? ਉਹ ਪੱਕਾ ਹੀ ਸਾਰੀ ਜ਼ਿੰਦਗੀ ਲਈ ਤੁਹਾਡੇ ਵਾਸਤੇ ਤੁਹਾਡਾ ਮਸਤ ਬਣ ਕੇ ਰਹਿ ਗਿਆ। ਭਾਵੇਂ ਚਲੋ ਕਿਸੇ ਨੇ ਹੀ ਗੱਲ ਬਣਾਈ ਆ ਵੀ ਮਸਤਾਂ ਦੇ ਡੇਰੇ ਨਾ ਜਾਈ, ਮਸਤ ਮਸਤੀ ਬਣਾ ਦਿੰਦੇ ਸੀ। ਗੁਰਮੁਖੋ ਉਹ ਦਰ ਇਹ ਹੈ, ਬਾਜਾਂ ਵਾਲੇ ਦਾ ਦਰ ਹੈ। ਮਸਤ ਹੱਕ ਦਰ ਕੂਏ ਗੁਰ ਗੋਬਿੰਦ ਸਿੰਘ, ਮਸਤ ਕਰ ਦਿੰਦੇ ਸੱਚੇ ਪਾਤਸ਼ਾਹ। ਇਹ ਤੇ ਮਹਾਰਾਜ ਦੀ ਖੇਡ ਹੈ ਵੀ ਭੀਮ ਚੰਦ ਦਾ ਅੱਗੇ ਮਨ ਬਦਲ ਗਿਆ, ਉਹ ਤੇ ਸ਼ਰਧਾਵਾਨ ਹੀ ਬੜਾ ਹੋਇਆ ਜੀ।
ਉਹ ਵੀ ਕਿਉਂ ਮਨ ਬਦਲਾਇਆ, ਅੱਗੇ ਕਥਾ ਆਏਗੀ। ਭੁੱਲਾਂ ਦੀ ਮਾਫੀ ਬਖਸ਼ਿਓ, ਸਮਾਂ ਵੱਧ ਹੋ ਗਿਆ। ਪਿਆਰ ਨਾਲ ਕਹੋ ਵਾਹਿਗੁਰੂ 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 ਸਤਿਗੁਰੂ ਦੀ ਮਿਹਰ ਕਰਨ, ਭੁੱਲਾਂ ਦੀ ਮਾਫੀ ਬਖਸ਼ਿਓ ਜੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।